ਅਦਾਲਤ ਬਾਜ਼ਾਰ ਦੀ ਉਹ ਏਸੀ ਮਾਰਕੀਟ ਆ ਜਿਹੜੀ ਹਮੇਸ਼ਾ ਜਿਹੜੀ ਗਾਹਕਾਂ ਦੇ ਨਾਲ ਭਰੀ ਹੁੰਦੀ ਆ ਤੇ ਇੱਥੇ ਬੇਸ਼ੁਮਾਰ ਰੌਣਕ ਹੁੰਦੀ ਆ, ਖਾਸ ਤੌਰ ਤੇ ਜਦੋਂ ਵਿਆਹਾਂ ਦਾ ਸੀਜ਼ਨ ਹੁੰਦਾ। ਐਨਆਰਆਈਜ਼ ਦੀ ਜਿਹੜੀ ਇੱਕ ਵੱਡੀ ਤਾਦਾਦ ਇੱਥੇ ਪਹੁੰਚਦੀ ਆ ਔਰ ਵੱਡੇ ਪੱਧਰ ਤੇ ਜਿਹੜੀ ਖਰੀਦੋ ਫਰੋਖਤ ਹੁੰਦੀ ਆ। ਬਾਹਰ ਦੀ ਕਸਟਮਰ ਹੈ ਫੁਲਕਾਰੀ ਲੈਂਦੇ ਗਏ, ਜਿੰਨੀਆਂ ਵੀ ਆਈਟਮਾਂ ਲੈਂਦੇ ਗਏ ਬਾਹਰ ਦੇ ਕਸਟਮਰ ਨੇ, ਬਾਹਰੋਂ ਤੁਹਾਨੂੰ ਪਤਾ ਹੁਣ ਕੋਈ ਆ नहीं रहेगा, इस करके काम में बहुत ज़्यादा फर्क पिया रहेगा। एनआरआई के ना आने का हमारे को बहुत ज़्यादा लॉस है। ਜਦੋਂ ਆਉਂਦੇ ਹਾਂ ਸਾਨੂੰ ਹੁੰਦਾ ਉਤਸ਼ਾਹਿਤ ਹੁੰਦੇ ਹਾਂ ਅਸੀਂ ਕਿ ਅਸੀਂ ਆਪਣੇ ਦੇਸ਼ 'ਚ ਜਾ ਰਹੇ ਹਾਂ ਔਰ ਖੁਸ਼ੀ ਦਾ ਮਾਹੌਲ ਹੋਏਗਾ। ਇਸ ਟਾਈਮ ਇਹ ਪੰਜਾਬ ਵਿੱਚ ਸਪੈਸ਼ਲੀ ਇੰਨਾ ਸਨਾਟਾ ਹੈ ਕਿ ਮੈਂ ਕਦੀ ਵੀ ਆਪਣੀ ਲਾਈਫ 'ਚ ਇਦਾਂ ਦਾ ਟਾਈਮ ਪਹਿਲੇ ਨਹੀਂ ਦੇਖਿਆ। ਸਾਰਿਆਂ ਦੇ ਲੋਕਾਂ ਦੇ ਕੰਮ ਠੱਪ ਹੋ ਗਏ ਹੈਗੇ ਜੀ, ਕਢਾਈਆਂ ਹੁਣ ਉਨੀਆਂ ਹੋ ਨਹੀਂ ਰਹੀਆਂ ਜਿੰਨੀਆਂ ਪਹਿਲਾਂ ਕਢਾਈਆਂ ਹੁੰਦੀਆਂ, ਕਿਉਂਕਿ ਘਰ ਘਰ 'ਚ ਜਾਣਾ ਪੈਂਦਾ ਹੈਗਾ। ਤੁਹਾਨੂੰ ਪਤਾ ਹੈਗਾ ਹੁਣ ਘਰ ਘਰ 'ਚ ਜਾਣਾ ਕਿੰਨਾ ਮੁਸ਼ਕਲ ਹੋਇਆ ਹੈਗਾ, ਕਿਸੇ ਦੇ ਘਰ ਮੈਂ ਆਪਾਂ ਜਾ ਨਹੀਂ ਸਕਦੇ ਹੈਗੇ। 8 ਤੋਂ 5 ਤਾਂ ਮੈਰਿਜ ਹੁੰਦੀਆਂ, जब मैरिज नहीं होएगी उस दौरान तो साढ़े पास कौन आएगा। किसान मोर्चे का बहुत फैक्ट है जी। किसान लोग उत्थे ही बैठे हैं, जिस तरह गल करते हैं कहते जी पहले काम खत्म हो फिर असी कोई खरीददारी देखें। इसके भी बहुत लॉस होया। जिसके भी घर च शादी ब्याह हैगी है, एक पासे तो मोर्चे ते बैठे हैं, दूजे पासे वो शादी ब्याह बारे सोच भी नहीं सकते। ਸੋਚਦੇ ਆ ਕਿਸਾਨਾਂ ਬਾਰੇ ਜਿੱਤ ਹੋਣੀ ਚਾਹੀਦੀ ਉਹਨਾਂ ਦੀ ਜਾਂ ਬਿਲਕੁਲ ਜਿੱਤ ਹੋਣੀ ਚਾਹੀਦੀ ਹੈ, ਜਿੱਤ ਹੋਣੀ ਚਾਹੀਦੀ ਹੈ। ਇਸ ਦੁਕਾਨਦਾਰ ਉਹਨਾਂ ਦੇ ਨਾਲ ਹੈਗੇ ਜੀ, ਇਸ ਕਹਿੰਦੇ ਸਾਰੇ ਅਸੀਂ ਉਹਨਾਂ ਨਾਲ ਹੋ ਜਾਾਂਗੇ ਜੀ। ਜੇ ਉਹ ਹੋਣਗੇ ਤਾਂ ਅਸੀਂ ਵੀ ਹੋਵਾਂਗੇ ਜੀ, ਜੇ ਉਹ ਨਹੀਂ ਤਾਂ ਅਸੀਂ ਵੀ ਨਹੀਂ ਹੈਗੇ ਜੀ। ਬਿਜਲੀ ਦਾ ਖਰਚਾ ਵੀ ਆ ਰਿਹਾ, ਤੁਹਾਡੇ ਜਿਹੜੇ ਆ ਵਰਕਰ ਵੀ ਇੱਥੇ ਕੰਮ ਕਰ ਰਹੇ ਆ, ਇਹਨਾਂ ਚੀਜ਼ਾਂ ਨੂੰ ਫਿਰ ਕਿਸ ਤਰੀਕੇ ਨਾਲ ਮੈਨੇਜ ਕੀਤਾ ਜਾ ਰਿਹਾ? अब पल्लो दे रही है जी। ਕੀ ਲੱਗਦਾ ਕਿ ਕਿੰਨਾ ਕੁ ਸਮਾਂ ਲੱਗੂਗਾ ਤੁਹਾਨੂੰ ਦੁਬਾਰਾ ਖੜੇ ਹੋਣ ਲਈ? ਦੁਬਾਰਾ ਖੜਾ ਹੋ ਹੀ ਨਹੀਂ ਸਕਦੇ ਕਿ ਜੀ, ਫਿਰ ਕੀ ਇਦਾਂ ਖੜੇ ਹੋ ਜਾਾਂਗੇ ਜੀ। ਜੇ ਇੱਕ ਵਾਰੀ ਤਾਂ ਬੰਦ ਹੋ ਗਈ ਨਾ ਮਾਰਕੀਟ ਦੇ, ਹੁਣ ਤਾਂ ਨਹੀਂ ਖੜੇ ਹੋ ਸਕਦੇ। ਪਹਿਲਾਂ ਹੀ ਇਹਨਾਂ ਨਹੀਂ ਪਹਿਲਾਂ ਨਹੀਂ ਸੈਟਿੰਗ ਹੋਈ ਹੈਗੀ, ਹੁਣ ਕਿੱਦਾਂ ਹੋ ਜਾਣਗੇ ਜੀ। ਅਗਰ ਲਾਕਡਾਊਨ ਹੋ ਰਿਹਾ ਇੱਕਦਮ ਲਾਕਡਾਊਨ ਹੋ ਗਿਆ, ਕਈ ਲੋਕਾਂ ਨੂੰ ਪਤਾ ਵੀ ਨਹੀਂ ਹੈ ਵਿਚਾਰਿਆਂ ਨੂੰ, ਜਿਹੜੀ ਆਮ ਜਨਤਾ ਹੈ ਉਹਨਾਂ ਕੋਲ ਐਵਰੀ ਡੇ ਦੇ ਲਿਵ ਔਨ ਐਵਰੀ ਡੇ ਵੇਜਸ, ਤੇ ਉਹ ਕਿਸ ਤਰ੍ਹਾਂ ਸਾਹਮਣਾ ਕਰਨਗੇ, ਕਿੱਦਾਂ ਖਾਣਗੇ? ਉਹ ਤੇ ਉਂਝ ਹੀ ਕਰੋਨਾ ਨਾਲ ਮਰਨਾ ਜਾਂ ਭੁੱਖੇ ਮਰ ਜਾਣਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਰਮਨ ਧੂਰ। ਜਿੱਥੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਪਿਛਲੇ ਸਾਲ ਆਰਥਿਕਤਾ ਨੂੰ ਬੁਰੇ ਤਰੀਕੇ ਨਾਲ ਸੱਟ ਵੱਜੀ ਆ, ਉੱਥੇ ਇਸ ਵਾਰੀ ਵੀ ਇੱਕ ਵੱਡਾ ਖਤਰਾ ਮੰਡਰਾ ਰਿਹਾ ਹੈ। ਖਾਸ ਤੌਰ ਤੇ ਜਦੋਂ ਦੇਖਿਆ ਜਾਵੇ ਕਿ ਭਾਰਤ ਦੇ ਵਿੱਚੋਂ ਪੰਜਾਬ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਜਿਹੜੇ ਕਰੋਨਾ ਮਹਾਮਾਰੀ ਦੇ ਮਾਮਲੇ ਜਿਹੜੇ ਦੇਖਣ ਨੂੰ ਮਿਲ ਰਹੇ ਆ। ਇਸ ਵੇਲੇ ਅਸੀਂ ਪਟਿਆਲਾ ਦੀ ਅਦਾਲਤ ਬਾਜ਼ਾਰ ਦੇ ਵਿੱਚ ਏਸੀ ਮਾਰਕੀਟ ਦੇ ਵਿੱਚ ਮੌਜੂਦ ਹਾਂ, ਜਿੱਥੇ ਕਹਿ ਸਕਦੇ ਹਾਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਐਨਆਰਆਈਜ਼ ਬਹੁਤ ਵੱਡੀ ਮਾਤਰਾ ਦੇ ਵਿੱਚ ਆਉਂਦੇ ਆ ਔਰ ਇਹਨਾਂ ਦੁਕਾਨਾਂ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਖਰੀਦੋ ਫਰੋਖਤ ਕਰਦੇ ਆ। ਸੋ ਬਿਨਾਂ ਸ਼ੱਕ ਪਿਛਲੇ ਸਾਲ ਦੇ ਦੌਰਾਨ ਐਨਆਰਆਈਜ਼ ਵੀ ਪਹਿਲਾਂ ਦੀ ਤਰ੍ਹਾਂ ਨਹੀਂ ਆ ਸਕੇ। ਵਿਆਹਾਂ ਦੇ ਸੀਜ਼ਨ ਦੇ ਵਿੱਚ ਜਿਹੜਾ ਇਹਨਾਂ ਲੋਕਾਂ ਨੂੰ ਦੁਕਾਨਾਂ ਵਾਲਿਆਂ ਨੂੰ ਫਾਇਦਾ ਹੁੰਦਾ ਉਹ ਵੀ ਉਸ ਤਰੀਕੇ ਨਾਲ ਨਹੀਂ ਹੋਇਆ। ਤੇ ਜਦੋਂ ਦੁਬਾਰਾ ਹੁਣ ਲੋਕਾਂ ਦੇ ਆਉਣ ਦੀ ਉਮੀਦ ਸੀ ਤੇ ਹੁਣ ਫਿਰ ਤੋਂ ਕਰੋਨਾ ਮਹਾਮਾਰੀ ਦਾ ਜਿਹੜਾ ਦੌਰ ਸ਼ੁਰੂ ਹੋ ਚੁੱਕਾ। ਸੋ ਇਸ ਮਾਰਕੀਟ ਦੇ ਵਿੱਚ ਮੌਜੂਦ ਦੁਕਾਨਾਂ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਕੰਮ ਨੂੰ ਜਿਹੜਾ ਵੱਡਾ ਘਾਟਾ ਪਿਆ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸੱਟ ਲੱਗੀ ਆ। ਸੋ ਇੱਕ ਦੁਕਾਨ ਦੇ ਵਿੱਚ ਮੌਜੂਦ ਆ ਔਰ ਜਿਸ ਤਰੀਕੇ ਦੇ ਨਾਲ ਦੁਕਾਨਾਂ ਸੁੰਨੀਆਂ ਪਈਆਂ ਹੋਈਆਂ, ਜਿਹੜਾ ਕੱਪੜੇ ਦੀ ਮਾਰਕੀਟ ਹੈਗੀ ਆ, ਮਾਲ ਉਵੇਂ ਦਾ ਉਵੇਂ ਦੁਕਾਨਾਂ ਦੇ ਵਿੱਚ ਪਿਆ ਹੋਇਆ। ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਅਸਰ ਹੋਇਆ। ਸਤਿ ਸ਼੍ਰੀ ਅਕਾਲ ਸਰ। ਪਿਛਲੇ ਸਾਲ ਕਰੋਨਾ ਮਹਾਮਾਰੀ ਦੇ ਦੌਰਾਨ ਬਹੁਤ ਵੱਡੀ ਆਰਥਿਕਤਾ ਨੂੰ ਸੱਟ ਵੱਜੀ ਆ ਤੇ ਐਨਆਰਆਈਜ਼ ਦੀ ਹੱਬ ਆ ਅਦਾਲਤ ਬਾਜ਼ਾਰ ਦੇ ਵਿੱਚ ਏਸੀ ਮਾਰਕੀਟ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਵਿਆਹਾਂ ਸ਼ਾਦੀਆਂ ਵੇਲੇ ਲੋਕ ਆਉਂਦੇ ਆ ਤੇ ਕਾਫੀ ਜਿਹੜਾ ਚੰਗਾ ਇੱਕ ਰਿਸਪੌਂਸ ਮਿਲਦਾ ਲੋਕਾਂ ਨੂੰ। ਪਿਛਲੇ ਸਾਲ ਦਾ ਕਿੰਨਾ ਕੁ ਜਿਹੜਾ ਇੱਕ ਮਾੜਾ ਤਜਰਬਾ ਹੋਇਆ ਤੇ ਹੁਣ ਫਿਰ ਤੋਂ ਜਿਹੜੀ ਕਰੋਨਾ ਮਹਾਮਾਰੀ ਦੇ ਨਾਲ लॉकडाउन वाल नु देश बढ़ रहा है? बहुत नुकसान हो रहा है मैडम, इन्ना कोई नहीं आ रहा बाहर से। लास्ट टाइम भी नहीं आया, अब भी नहीं आ रहा। बहुत लॉस हो रहा है हम दुकानदारों का। तो ये पोजीशन है लॉकडाउन के लिए लग ही रहा है। बाकी कस्टमर आपके आगे कोई है ही नहीं, आता ही नहीं है, बहुत कम हो गया आगे से। ਕੀ ਲੱਗਦਾ ਹੈ ਕਿ ਜਿਹੜੇ ਲਾਕਡਾਊਨ ਜਿਸ ਤਰੀਕੇ ਨਾਲ ਲੱਗ ਰਿਹਾ ਹੈਗਾ, ਹਾਲਾਂਕਿ ਹਾਲ ਦੀ ਘੜੀ ਤਾਂ ਰਾਤ ਨੂੰ ਜਿਹੜਾ 8 ਤੋਂ ਸਵੇਰ 5 ਵਜੇ ਤੱਕ ਲੱਗਦਾ, ਇਹਨੂੰ ਸਹੀ ਮੰਨਦੇ ਹੋ ਪਹਿਲਾਂ ਤਾਂ? नहीं सही मेरे ख्याल में नहीं है। ਸਹੀ ਹੈ। ਹਾਂ, ਦੁਕਾਨਾਂ 8 ਵਜੇ ਬੰਦ ਕਰਨੀਆਂ ਤੁਹਾਨੂੰ ਸਹੀ ਲੱਗਦੀਆਂ? नहीं ये सही नहीं लगती है। क्यों? 7 बजे बंद करानी दुकान, 8 बजे लॉकडाउन ही हो गया ना जी। 7 बजे दुकान बंद करें ताकि कस्टमर घर पहुँचेगा जी। ਤੁਹਾਨੂੰ ਲੱਗਦਾ ਹੈ ਕਿ ਰਾਤ ਨੂੰ ਕਰੋਨਾ ਫੈਲਦਾ ਤੇ ਦਿਨ ਵੇਲੇ ਜਿਸ ਤਰੀਕੇ ਨਾਲ ਦੁਕਾਨਾਂ ਖੁੱਲੀਆਂ ਰਹਿਣ ਦਿੱਤੀਆਂ ਜਾਂਦੀਆਂ ਔਰ ਕੋਈ ਲੱਗਦਾ ਕਿ ਗਾਈਡਲਾਈਨ ਜਾਰੀ ਕਰਕੇ ਦੁਕਾਨਾਂ ਹੌਲੀ ਹੌਲੀ ਹੋ ਸਕਦਾ ਕਿ ਪਰਮਾਨੈਂਟ ਜਿਹੜਾ ਲਾਕਡਾਊਨ ਲੱਗ ਜੇ, ਤੇ ਫਿਰ ਕੀ ਲੱਗਦਾ ਪਿਛਲੇ ਸਾਲ ਕਿੰਨਾ ਕੁ ਜਿਹੜਾ ਘਾਟਾ ਪਿਆ? पिछले साल तो मैडम कम से कम 50-60% लॉस होया जी हर एक दुकानदार ਨੂੰ। ਹੁਣ ਵੀ ਉਹੀ ਕੰਮ ਚੱਲ ਰਿਹਾ ਜੀ। ਹੁਣ ਵੀ ਕੋਈ ਅੱਗੇ ਨੂੰ ਕੋਈ ਅੱਛਾ ਕੰਮ ਨਹੀਂ ਨਜ਼ਰ ਆ ਰਿਹਾ ਕਿਸੇ ਪਾਸੇ, ਕੋਈ ਸਾਨੂੰ ਵੀ ਲੱਗਦਾ ਵੀ ਕੰਮ ਚੱਲੇਗਾ, ਚੱਲਦਾ ਨਜ਼ਰ नहीं आ रहा। तो बाकी लॉकडाउन ठीक है, कर रही है पब्लिक कर रही है, बाकी कोई समझ दे बाहर है क्या पोजीशन चल रही है।
ਪਿਛਲੇ ਹਰ ਸਾਲ ਹੁੰਦਾ ਹੈ ਕਿ ਐਨਆਰਆਈਜ਼ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਥੇ ਆਉਂਦੇ ਆ ਤੇ ਸ਼ਾਪਿੰਗ ਕਰਦੇ ਆ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕਿੰਨੀ ਕੁ ਕਮੀ ਜਿਹੜੀ ਦੇਖੀ ਗਈ ਆ? 70-80% NIR नहीं आ रहा बाहर से जी, 10% लोग आ रहे हैं ज़्यादा से ज़्यादा, बहुत लॉस हो रहा है दुकानदारों जी। ਨੂੰ। मेन साडा NIR ਤੇ ਬਹੁਤ ਡਿਪੈਂਡ ਕਰਦਾ, ਕਿਸੇ ਪਾਸੋਂ ਕੋਈ ਕਸਟਮਰ ਨਹੀਂ ਆ ਰਿਹਾ ਬਾਹਰ ਤੋਂ, ਬਹੁਤ ਲॉस ਹੋ ਰਿਹਾ ਹੈ। ਜਿਹੜੇ ਲੋਕਲ ਕਸਟਮਰ ਹੈਗੇ ਆ, ਖਾਸ ਤੌਰ ਤੇ ਜੇ ਪੰਜਾਬ ਦੇ ਕਸਟਮਰਸ ਦੀ ਗੱਲ ਕਰੀਏ, ਉਹਨਾਂ ਦੀ ਜਿਹੜੀ ਖਰੀਦੋ ਫਰੋਖਤ ਦੇ ਵਿੱਚ ਵੀ ਕੋਈ ਕਮੀ ਆਈ ਹੈ ਜਾਂ ਉਹ ਉਸੇ ਤਰੀਕੇ ਨਾਲ ਖਰੀਦੋ ਫਰੋਖਤ ਕਰਦੇ? ਉਹਨਾਂ ਦੀ ਬਹੁਤ ਕਮੀ ਆਈ ਹੈ ਮੈਡਮ ਜੀ, ਬਹੁਤ ਕਮੀ ਆਈ ਹੈ, 40-50% कम से कम उन लोगों की कमी आई है। क्योंकि लोग जब कहते हैं कमी नहीं है, कहाँ जाएंगे, क्या खरीदें, कहाँ जाएंगे पागे, टाइम ही नहीं किसी के पास। बाकी किसान यूनियन करके बहुत फ़र्क पै रहा है जी। ਉਸ ਚੀਜ਼ ਦਾ ਕੀ ਅਸਰ ਦੇਖ ਰਹੇ ਹੋ ਕਿਸਾਨ ਮੋਰਚੇ ਦਾ ਇਸ 'ਚ? किसान मोर्चे का बहुत फैक्ट है जी। किसान लोग उत्थे ही बैठे हैं, जिस तरह गल करते हैं, कहते जी पहले वो काम खत्म हो फिर असी कोई खरीददारी देखें, इसके भी बहुत लॉस होया। ਕਿਸਾਨ ਮੋਰਚੇ ਦਾ ਅਸਰ ਵੀ ਤੁਸੀਂ ਸਮਝਦੇ ਹੋ, ਪਰ ਕੀ ਲੱਗਦਾ ਹੈ ਕਿ ਕਿਸਾਨਾਂ ਦਾ ਜਿਹੜਾ ਮੋਰਚਾ ਉੱਥੇ ਲੱਗਾ ਹੋਇਆ ਜਾਇਜ਼ ਹੈ? ਕਿਉਂਕਿ ਜੇ ਉਹਨਾਂ ਦੇ ਕਮਾਈ ਦਾ ਕੋਈ ਸਾਧਨ ਉਹਨਾਂ ਕੋਲ ਨਹੀਂ ਬਚਦਾ ਤੇ ਫਿਰ ਉਹ ਤੁਹਾਡੇ ਕੋਲ ਖਰੀਦੋ ਫਰੋਖਤ ਕਿਵੇਂ करनगे? बिल्कुल सही गल है, कमाई गल सारा कुछ है, बगैर कमाई का कुछ भी नहीं है जी। तो इस करके लॉस तो हो ही रहा है, सब नूं हो रहा है। ਕਿਸਾਨਾਂ ਦਾ ਕਿਸਾਨ ਮੋਰਚੇ ਤੇ ਬੈਠਣਾ ਜਾਇਜ਼ ਹੈ? देखो ये तो जी उन्हें भी पता, बाकी समझते बाहर हैं, क्या हालात चल रहे हैं, इस तरह बैठे रहेंगे, इस तरह काम चलना बड़ा मुश्किल है। ਆਮ ਤੌਰ ਤੇ ਇਹ ਹੁੰਦਾ ਵੀ ਪੰਜਾਬ ਦੇ ਵਿੱਚ ਜਦੋਂ ਵੀ ਖਾਸ ਤੌਰ ਤੇ ਕਿਸਾਨੀ ਧੰਦੇ ਨਾਲ ਸੰਬੰਧਿਤ ਲੋਕਾਂ ਨੇ ਜਦੋਂ ਆਪਣੇ ਘਰੇ ਕੋਈ ਵਿਆਹ ਸ਼ਾਦੀ ਦਾ ਕੰਮ ਕਰਨਾ ਹੁੰਦਾ ਹੈ ਤੇ ਉਹ ਹਾੜੀ ਸੋਣੀ ਦੇਖ ਕੇ ਜਿਹੜਾ ਵਿਆਹ ਸ਼ਾਦੀ ਰੱਖਦੇ, ਕਿਉਂਕਿ ਉਸ ਵੇਲੇ ਉਹਨਾਂ ਕੋਲੇ ਪੈਸਾ ਹੁੰਦਾ, ਉਦੋਂ ਉਹ ਤੁਹਾਡੀਆਂ ਦੁਕਾਨਾਂ ਤੇ ਆ ਕੇ ਕੋਈ ਦਾਜ ਕੋਈ ਵਰੀ ਦਾ ਸਮਾਨ ਜਿਹੜਾ ਬਣਾਉਂਦੇ ਆ। ਇਸ ਚੀਜ਼ ਦੇ ਨਾਲ ਵੀ ਕੁਝ ਫਰਕ ਪਿਆ? बहुत फर्क पिया जी। किसान लोग उत्थे बैठे हैं मोर्चे ते, इत्थे आके कम ही नहीं कर, सारे लोगों को आई नहीं, कोई कस्टमर आई नहीं रहे जी। बहुत फर्क पिया इस चीज़ का सानू जी। जी तो इस करके हालात ठीक नज़र नहीं आ रहे, कुछ भी बहुत लॉस हो गया। लास्ट टाइम भी इस टाइम भी बहुत लॉस चल रहा है। ਮੈਂ ਇੱਕ ਦੂਸਰੀ ਦੁਕਾਨ ਦੇ ਵਿੱਚ ਮੌਜੂਦ ਹਾਂ ਤੇ ਤੁਸੀਂ ਮੇਰੇ ਆਸ-ਪਾਸ ਦੇਖ ਸਕਦੇ ਹੋ, ਇਹ ਅਦਾਲਤ ਬਾਜ਼ਾਰ ਦੀ ਉਹ ਏਸੀ ਮਾਰਕੀਟ ਆ ਜਿਹੜੀ ਹਮੇਸ਼ਾ ਜਿਹੜੀ ਗਾਹਕਾਂ ਦੇ ਨਾਲ ਭਰੀ ਹੁੰਦੀ ਆ ਤੇ ਇੱਥੇ ਬੇਸ਼ੁਮਾਰ ਰੌਣਕ ਹੁੰਦੀ ਆ। ਖਾਸ ਤੌਰ ਤੇ ਜਦੋਂ ਵਿਆਹਾਂ ਦਾ ਸੀਜ਼ਨ ਹੁੰਦਾ, ਐਨਆਰਆਈਜ਼ ਦੀ ਜਿਹੜੀ ਇੱਕ ਵੱਡੀ ਤਾਦਾਦ ਇੱਥੇ ਪਹੁੰਚਦੀ ਆ ਔਰ ਵੱਡੇ ਪੱਧਰ ਤੇ ਜਿਹੜੀ ਖਰੀਦੋ ਫਰੋਖਤ ਹੁੰਦੀ ਆ। ਪਰ ਕਰੋਨਾ ਮਹਾਮਾਰੀ ਦਾ ਕਰਕੇ ਪਿਛਲੇ ਸਾਲ ਜਿਸ ਤਰੀਕੇ ਨਾਲ ਇਹਨਾਂ ਲੋਕਾਂ ਨੇ ਘਾਟਾ ਝੱਲਿਆ, ਉਸ ਤਰੀਕੇ ਦੇ ਨਾਲ ਇਸ ਵਾਰੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੁਕਾਨਾਂ ਸੁੰਨੀਆਂ ਪਈਆਂ ਹੋਈਆਂ ਔਰ ਬਿਲਕੁਲ ਨਾ ਮਾਤਰ ਜਿਹੜੇ ਆ ਗਾਹਕ ਇੱਥੇ ਪਹੁੰਚ ਰਹੇ ਨੇ। ਅਸੀਂ ਗੱਲ ਕਰਦੇ ਹਾਂ ਔਰ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਰ ਇੱਥੇ ਜਿਹੜੇ ਆ ਹੁਣ ਗਾਹਕਾਂ ਦੀ ਪਿਛਲੇ ਸਾਲ ਤੋਂ ਕਿੰਨੀ ਕਮੀ ਦੇਖੀ ਗਈ ਹੈ? 50% कस्टमर कम आ रहा है, क्योंकि हमारा जो कारोबार है, बिजनेस है, वो NRI से रिलेटेड है जी। और दूसरा ये जो दिन चल रहे हैं वेडिंग डेज हैं, वेडिंग डेज में कोरोना के कारण सरकार की पाबंदियों के कारण शादी ब्याह स्थगित हो गए हैं, पोस्टपोन हो रहे हैं, जिसके कारण कस्टमर का हमारे को बहुत बहुत लॉस है। जी NRI के ना आने का हमारे को बहुत ज़्यादा लॉस है। ਜੀ ਐਸੇ ਜਿਹੜਾ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਰਾਤ ਨੂੰ 8 ਤੋਂ ਲੈ ਕੇ ਸਵੇਰ 5 ਵਜੇ ਤੱਕ ਦੀ ਪਾਬੰਦੀ ਲਾਈ ਹੋਈ ਆ, ਉਹਦੇ ਨਾਲ ਤੁਹਾਡੇ ਕੰਮ ਦੇ ਕੋਈ ਅਸਰ ਹੈਗਾ ਰਾਤ ਦਾ? ਨਹੀਂ, ਸਾਡਾ ਤਾਂ ਉਹਦਾ ਸਾਡਾ ਕੰਮ ਦਾ ਰਿਲੇਸ਼ਨ 8 ਤੋਂ 5 ਤਾਂ ਮੈਰਿਜ ਹੁੰਦੀਆਂ, ਜਦ ਮੈਰਿਜ ਨਹੀਂ ਹੋਏਗੀ ਉਸ ਦੌਰਾਨ ਚ ਤਾਂ ਸਾਡੇ ਪਾਸ ਕੌਣ ਆਏਗਾ? ਸਾਡਾ ਸਾਰਾ ਬਿਜ਼ਨਸ ਜਿਹੜਾ ਹੈਗਾ ਉਹ ਮੈਰਿਜ ਨਾਲ ਰਿਲੇਟਡ ਹੈਗਾ ਜੀ। 8 ਦੇ ਟਾਈਮ ਜਿਹੜਾ ਕਰਫਿਊ ਦਾ ਟਾਈਮ ਲੱਗਿਆ ਹੈ, ਪਾਬੰਦੀਆਂ ਦਾ ਟਾਈਮ, ਉਹ ਵੈਡਿੰਗ ਟਾਈਮ ਹੁੰਦਾ। ਉਸ ਤੱਕ ਜਦ ਸਾਜੀ ਹੋ ਰਹੀਆਂ ਉਸ ਦੌਰਾਨ ਚ ਤਾਂ कस्टमर साढ़े पास आ नहीं रहा, उसका बहुत बड़ा असर है। उसका काफ़ी लॉस हो गया, कस्टमर की शादियाँ पोस्टपोन हो गई, उन्हें परचेजिंग की पावर घट गई, क्योंकि जब इस्तेमाल ही नहीं होना चाहिए तो फिर लेगा किस वास्ते वो कस्टमर। ਕਿੰਨੀ ਕੁ ਜਿਹੜੀ ਆ ਤੁਹਾਨੂੰ ਲੱਗਦਾ ਕਿ ਆਰਥਿਕਤਾ ਦੇ ਉੱਤੇ ਵੀ ਇੱਕ ਵੱਡੀ ਸੱਟ ਵੱਜੀ ਆ? ਆਮ ਲੋਕਾਂ ਜਿਨ੍ਹਾਂ ਨੇ ਰੋਜ਼ ਦਾ ਕਮਾਉਣਾ ਖਾਣਾ ਸੀ, ਕੋਈ ਸੇਵਿੰਗ ਨਹੀਂ ਆ, ਜੌਬਸ ਚਲੀਆਂ ਗਈਆਂ, ਤੇ ਉਸ ਦੌਰਾਨ ਮਤਲਬ ਉਹ ਕਿਵੇਂ ਆਉਣਗੇ ਤੁਹਾਡੇ ਤੱਕ? ਔਰ ਸਪੈਸ਼ਲੀ ਜੇ ਲੋਕਲ ਕਸਟਮਰਸ ਦੀ ਗੱਲ ਕਰੀਏ, ਪੰਜਾਬ ਦੇ ਲੋਕਾਂ ਦਾ ਕਿੱਤਾ ਹੀ ਕਿਸਾਨੀ ਆ, ਔਰ ਕਿਸਾਨੀ ਕਿੱਤੇ ਦੇ ਨਾਲ ਜਦੋਂ ਉਹ ਜੁੜੇ ਹੋਏ ਆ ਤੇ ਆਪ ਉਹ ਮੁਸੀਬਤਾਂ 'ਚ, ਕੀ ਲੱਗਦਾ ਕਿਸਾਨੀ ਮੋਰਚੇ ਦਾ ਵੀ ਤੁਹਾਡੇ ਕੰਮ ਤੇ ਅਸਰ ਹੋਇਆ? ਕਿਉਂਕਿ ਉਹ ਲੋਕਾਂ ਕੋਲੇ ਕੁਝ ਬਚ ਹੀ ਨਹੀਂ ਰਿਹਾ, ਫਿਰ ਉਹ ਖਰੀਦੋ ਫਰੋਖਤ ਕਿਵੇਂ ਕਰਨ? ਬਹੁਤ ਬੜਾ ਅਸਰ ਹੈ ਜੀ ਕਿਸਾਨੀ ਮੋਰਚੇ ਦਾ ਵੀ। ਕਿਸਾਨਾਂ ਦੇ ਉਹ ਜਿਹੜਾ ਜਿਸ ਦੇ ਵੀ ਘਰ 'ਚ ਸ਼ਾਦੀ ਵਿਆਹ ਹੈਗੀ ਆ, ਇੱਕ ਪਾਸੇ ਤੋਂ ਮੋਰਚੇ ਤੇ ਬੈਠੇ ਆ, ਦੂਜੇ ਪਾਸੇ ਉਹ ਸ਼ਾਦੀ ਵਿਆਹ ਬਾਰੇ ਸੋਚ ਵੀ ਨਹੀਂ ਸਕਦੇ, ਤਾਂ ਉਹ ਜਦ ਆਏਂਗੇ ਨਹੀਂ ਪਰ ਖਰੀਦੋ ਫਰੋਖਤ ਕਰਨ ਵਾਸਤੇ, ਇਸ ਕਰਕੇ ਉਹ ਆ ਨਹੀਂ ਰਹੇ ਬਿਲਕੁਲ ਵੀ। ਉਹਦਾ ਬਹੁਤ ਅਸਰ ਹੈ ਇਸ ਕੰਮ ਦਾ। ਕਿਸਾਨੀ ਮੋਰਚੇ ਨੂੰ, ਸਰਕਾਰ ਨੂੰ ਸੋਚਣਾ ਚਾਹੀਦਾ ਇਸ ਬਾਰੇ, ਉਹਨੂੰ ਹੱਲ ਕਰਨਾ ਚਾਹੀਦਾ ਤਾਂ ਕਿ ਜਿਹੜੇ ਦੂਜੇ ਉਹਨਾਂ ਕਰਕੇ ਸਫਰ ਕਰ ਰਹੇ ਆ ਉਹ ਤਾਂ ਲਾਸ ਤੋਂ ਬਚਣ ਘੱਟੋ ਘੱਟ।
ਜੀ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਕਿਸਾਨੀ ਮੋਰਚੇ ਦੇ ਨਾਲ ਹੀ ਸਭ ਦੀ ਜ਼ਿੰਦਗੀ ਜੁੜੀ ਹੋਈ ਆ, ਕਿਸਾਨਾਂ ਦੇ ਨਾਲ ਜੁੜੀ ਹੋਈ ਆ? ਜੇ ਕਿਸਾਨ ਇਕੱਲੇ ਸਫਰ ਕਰਨਗੇ ਤੇ ਉਹਨਾਂ ਦੇ ਨਾਲ ਬਾਕੀ ਸਾਰੇ ਵੀ ਤਾਂ ਪ੍ਰੋਬਲਮ ਸਫਰ ਕਰ ਹੀ ਰਹੇ ਹੈ ਜੀ। ਜਦ ਕਿਸਾਨ ਸਫਰ ਕਰ ਰਹੇ ਆ ਉਹਨਾਂ ਨਾਲ ਸਾਡਾ ਰਿਲੇਟਡ ਹੈ, ਬਿਲਕੁਲ ਬਿਜ਼ਨਸ ਸਾਡਾ ਰਿਲੇਟਡ। ਕਿਸਾਨਾਂ ਦੀ ਇਸ ਮਾਮਲੇ 'ਚ ਜਿੱਤ ਹੋਣੀ ਚਾਹੀਦੀ ਹੈ ਜਾਂ ਨਹੀਂ? ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ। ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਜੋ ਪ੍ਰੋਬਲਮ ਉਹਨਾਂ ਨੇ ਰੱਖੀਆਂ ਹੋਈਆਂ ਉਹ 5 ਮਹੀਨੇ ਦੇ ਬੈਠੇ ਆ ਉੱਤੇ ਮੋਰਚੇ ਤੇ, ਕੋਈ ਬੇਵਕੂਫ ਤਾਂ ਹੈ ਨਹੀਂ ਵੀ ਉਹਨਾਂ ਨੂੰ ਸਮਝ ਨਹੀਂ ਹੈ ਕਿ ਸਰਕਾਰ ਉਹਨਾਂ ਨੂੰ ਸਮਝਾ ਰਹੀ ਹੈ। ਉਹ ਜੋ ਸਰਕਾਰ ਉਹਨਾਂ ਦੀ ਅੜੀ ਤੇ ਅੜੀ ਹੋਈ ਹੈ, ਸਰਕਾਰ ਨੂੰ ਉਹਨਾਂ ਦੀ ਗੱਲਾਂ ਸੁਣਨੀ ਚਾਹੀਦੀ ਹੈ, ਉਹਨਾਂ 'ਤੇ ਗੌਰ ਕਰਨਾ ਚਾਹੀਦਾ। ਗਿਵ ਐਂਡ ਟੇਕ ਤਾਂ ਹਰ ਜਗ੍ਹਾ ਹੁੰਦਾ, ਗਿਵ ਐਂਡ ਟੇਕ ਕਰਨੀ ਚਾਹੀਦੀ ਹੈ ਉਹਨਾਂ ਸਰਕਾਰ ਨੂੰ ਕਿਸਾਨਾਂ ਨਾਲ। ਸਰ ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦੀ ਹਾਂ, ਜਿਸ ਤਰੀਕੇ ਨਾਲ ਕਰੋਨਾ ਮਹਾਮਾਰੀ ਦਾ ਲਗਾਤਾਰ ਉਹਦੇ ਬਾਰੇ ਕਿਹਾ ਜਾ ਰਿਹਾ, ਔਰ ਹੁਣ ਜਿਸ ਤਰ੍ਹਾਂ ਭਾਰਤ ਦੇ ਅੰਕੜੇ ਸਾਹਮਣੇ ਆ ਰਹੇ ਹੈ ਤੇ ਕੈਨੇਡਾ ਔਰ ਦੂਸਰੀਆਂ ਕੰਟਰੀਆਂ ਨੇ ਮੋਸਟਲੀ ਪਾਕਿਸਤਾਨ ਔਰ ਇੰਡੀਆ ਤੋਂ ਫਲਾਈਟਸ ਜਿਹੜੀਆਂ ਆਪਣੀਆਂ ਬੰਦ ਕਰ ਦਿੱਤੀਆਂ ਕਿ ਇੱਥੇ ਮਹਾਮਾਰੀ ਜ਼ਿਆਦਾ ਹੈ, ਰੈਲੀਆਂ ਹੋ ਰਹੀਆਂ, ਬਾਕੀ ਸਾਰਾ ਕੁਝ ਬੰਦ ਹੈ, ਤੇ ਤੁਹਾਨੂੰ ਲੱਗਦਾ ਹੈ ਕਿ ਲੋਕ ਆਪਣੇ ਵਿਸ਼ਵਾਸ ਨਹੀਂ ਕਰ ਪਾ ਰਹੇ? ਕਰੋਨਾ ਦਾ ਵਜੂਦ ਹੈਗਾ ਕਿਤੇ ਕਿ ਨਹੀਂ? ਕਰੋਨਾ ਦਾ ਵਜੂਦ ਹੈਗਾ ਜੀ ਬਿਲਕੁਲ। ਤੇ ਪਰ ਰੈਲੀਆਂ ਹੋ ਰਹੇ ਲੋਕ ਇਸ ਨੂੰ ਉਹ ਕਹਿੰਦੇ ਵੀ ਰੈਲੀਆਂ ਕਰਨ ਲਈ ਗਵਰਨਮੈਂਟ ਕੋਲ ਉਹ ਹੈਗਾ, ਪਰ ਯਾਨੀ ਕਿ ਉਂਝੀ ਪਾਬੰਦੀਆਂ ਹੈਗੀਆਂ। ਤੁਹਾਨੂੰ ਜਾਇਜ਼ ਲੱਗਦਾ ਸਾਰਾ ਕੁਝ? ਨਹੀਂ, ਇਹ ਤਾਂ ਨਹੀਂ ਜਾਇਜ਼ ਲੱਗ ਰਿਹਾ। ਇੱਕ ਵਾਰ ਤਾਂ ਗਵਰਨਮੈਂਟ ਕਹ ਰਿਹਾ ਵੀ ਸੋਸ਼ਲ ਡਿਸਟੈਂਸ ਰੱਖੋ, ਇਹ ਰੱਖੋ, ਪਰ ਉਹ ਉਸ 'ਚ ਯਾਨੀ ਕਿ ਕੋਈ ਸੋਸ਼ਲ ਡਿਸਟੈਂਸਿੰਗ ਦਾ ਕੋਈ ਉਹ ਨਹੀਂ ਹੈਗਾ। ਜਿਹੜੇ ਤੁਹਾਡੇ ਕੋਲੇ ਕਸਟਮਰ ਆਉਂਦੇ ਆ, ਔਰ ਐਨਆਰਆਈਜ਼ ਦੀ ਤਾਂ ਹੱਬ ਕਿਹਾ ਜਾ ਸਕਦਾ ਪਟਿਆਲੇ ਦੀ, ਖਾਸ ਤੌਰ ਤੇ ਅਦਾਲਤ ਬਾਜ਼ਾਰ ਦੇ ਵਿੱਚ ਇਹ ਏਸੀ ਮਾਰਕੀਟ ਪਿਛਲੇ ਸਾਲ ਨਾਲੋਂ ਇਸ ਸਾਲ ਜਾਂ ਪੂਰੇ ਪਿਛਲੇ ਸਾਲ ਦਾ ਵੀ ਜੇ ਕਰੋਨਾ ਮਹਾਮਾਰੀ ਤੋਂ ਲੈ ਕੇ ਕਿੰਨੇ % ਜਿਹੜੀ ਆ ਐਨਆਰਆਈਜ਼ ਦੇ ਆਉਣ ਦੇ ਵਿੱਚ ਇੱਥੇ ਕਮੀ ਆਈ ਹੈ? ਮੈਡਮ ਅਸੀਂ ਤਾਂ ਕਹਿੰਦੇ ਵੀ ਐਨਆਰਆਈ ਇਸ ਵਾਰੀ ਆਈ ਨਹੀਂ ਕਰਾਂ, ਅਸੀਂ ਤਾਂ ਇਹ ਕਹਿ ਸਕਦੇ ਜਿਸ ਤਰ੍ਹਾਂ ਲਗਾਈਏ ਥੋੜੇ ਬਹੁਤ ਆਏ ਤਾਂ ਅਸੀਂ ਇਹ ਕਹਿੰਦੇ ਵੀ ਐਨਆਰਆਈ ਆਈ ਨਹੀਂ, ਕਿਉਂਕਿ ਜਿਹੜੀ ਐਨਆਰਆਈ ਦੀ ਹੁੰਦੀ ਹੈ ਉਹ ਪਰਚੇਜਿੰਗ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਾਡੇ ਲੋਕ ਸਾਰੇ ਐਨਆਰਆਈ ਦੇ ਉੱਪਰ ਹੀ ਡਿਪੈਂਡੈਂਟ, ਜਿੰਨੇ ਵੀ ਖਾਸ ਕਰਕੇ ਬੜੇ ਸ਼ੋਰੂਮ ਹੈ ਸਾਰੇ ਐਨਆਰਆਈ ਦੇ ਉੱਪਰ ਹੀ ਡਿਪੈਂਡੈਂਟ ਹੈ। ਪਰ ਉਹ ਐਨਆਰਆਈ ਨਾ ਆਉਣ ਕਰਕੇ ਸਾਨੂੰ ਬਹੁਤ ਵੱਡਾ ਲੋਸ ਹੈ, ਡਬਲ ਲੋਸ ਹੋ ਗਿਆ ਵੀ ਕਰੋਨਾ ਕਰਕੇ ਉਹ ਐਨਆਰਆਈ ਨਹੀਂ ਆਇਆ ਜੀ, ਫਿਰ ਇਹ ਹੋ ਗਿਆ, ਉਸ ਕਰਕੇ ਸਾਰਾ ਯਾਨੀ ਕਿ ਬਿਜ਼ਨਸ ਉੱਪਰ ਬਹੁਤ ਵੱਡਾ ਇਫੈਕਟ ਹੈ। ਤੁਹਾਡੇ ਅਨੁਸਾਰ ਇਸ ਚੀਜ਼ ਦਾ ਹੱਲ ਕੀ ਹੋ ਸਕਦਾ ਹੈ ਕਿ ਇਸ ਚੀਜ਼ ਤੋਂ ਬਚਾਅ ਵੀ ਹੋ ਜਾਏ ਪਰ ਆਰਥਿਕਤਾ ਤੇ ਸੱਟ ਵੀ ਨਾ ਪਵੇ? ਨਹੀਂ ਕੋਈ ਤੁਹਾਨੂੰ ਕੋਈ ਹੱਲ ਦਿਖਦਾ ਇਸ ਚੀਜ਼ ਦਾ? ਕਰੋਨਾ ਪਰ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ, ਉਹ ਸਿਰਫ ਵੋਟ ਬੈਂਕ ਵਾਸਤੇ ਚੱਲ ਰਿਹਾ ਸਾਰਾ ਕੁਝ। ਜੇ ਸਰਕਾਰ ਗੰਭੀਰਤਾ ਨਾਲ ਕਰੋਨਾ ਲਵੇ, ਇਸ ਤੇ ਨਕੇਲ ਪਾ ਲਵੇ ਤਾਂ ਬਿਜ਼ਨਸ ਵੀ ਠੀਕ ਹੋ ਜਾਏਗਾ। ਬਿਲकुल ये कोरोना का एक बहुत बड़ा दहशत है हर एक इंसान पे, कॉमन इंसान पे, चाहे है कोरोना चाहे नहीं है, लेकिन दहशत बहुत ज़्यादा है इसकी। सरकार ਵੱਲੋਂ ਜਿੰਨੀ ਕੁ ਕੰਟਰੀਬਿਊਸ਼ਨ ਹੈ ਉਹ ਤੁਹਾਨੂੰ ਵੀ ਪਤਾ, ਸਾਰੀ ਜਨਤਾ ਨੂੰ ਪਤਾ ਹੈਗੀ ਆ। ਜੇ ਸਰਕਾਰ ਚਾਹਵੇ, ਦੂਜੀ ਕੰਟਰੀਜ਼ ਨੇ ਸਰਕਾਰ ਪੂਰਾ ਕੋਆਪਰੇਟ ਕਰ ਰਹੀ ਆ, ਉੱਥੇ ਕਿੰਨੀ ਜਲਦੀ ਉਹਨਾਂ ਨੇ ਪਾ ਲਿਆ, ਉਰੇ ਸਰਕਾਰ ਨਹੀਂ ਪਾ ਸਕੀ। ਸਰ ਜਿਸ ਤਰੀਕੇ ਨਾਲ ਹੁਣ ਕਸਟਮਰ ਕੋਈ ਦੁਕਾਨ ਦੇ ਵਿੱਚ ਬੈਠਾ ਹੋਇਆ ਨਹੀਂ ਦੇਖ ਰਹੇ, ਪਰ ਬਿਜਲੀ ਦਾ ਖਰਚਾ ਵੀ ਆ ਰਿਹਾ, ਤੁਹਾਡੇ ਜਿਹੜੇ ਆ ਵਰਕਰ ਵੀ ਇੱਥੇ ਕੰਮ ਕਰ ਰਹੇ ਆ, ਇਹਨਾਂ ਚੀਜ਼ਾਂ ਨੂੰ ਫਿਰ ਕਿਸ ਤਰੀਕੇ ਨਾਲ ਮੈਨੇਜ ਕੀਤਾ ਜਾ ਰਿਹਾ? ਹੁਣ आप पल्लो दे रहे हैं जी, ये आपने पल्लो दे रहे हैं अपनी जो ये साड़ी 83 ईयर्स ओल्ड शॉप है जी। इन्हें चिर तो ਅਸੀਂ ਕੰਮ ਕਰਦੇ ਆ ਰਹੇ ਹਾਂ, ਸਾਰਾ ਕੁਝ ਉਰੋਂ ਹੀ ਬਣਾਇਆ ਹੈਗਾ। ਇਹਨਾਂ ਫੈਮਲੀਆਂ ਦਾ ਵੀ ਸਾਨੂੰ ਹੀ ਦੇਖ ਲੁੱਕ ਆਫਟਰ ਕਰਨੀ ਹੈ, ਇਹਨਾਂ ਦੇ ਕਿਹੜਾ ਕੋਈ ਹੋਰ ਕਾਰੋਬਾਰ ਹੈ, ਇਹਨਾਂ ਸਾਡੇ ਤੋਂ ਹੀ ਲੈਣਾ। ਅਸੀਂ ਚਾਹੇ ਜਿਸ ਤਰ੍ਹਾਂ ਮਰਜ਼ੀ ਅਰੇਂਜ ਕਰੀਏ, ਇਹਨਾਂ ਨਾਲ ਤਾਂ ਅਸੀਂ ਕਵਰ ਅਪ ਕਰ ਹੀ ਰਹੇ ਹਾਂ। ਪਰ ਜੇ ਪਰਮਨੈਂਟ ਲਾਕਡਾਊਨ ਵੱਲ ਦੇਸ਼ ਵੱਧਦਾ ਹੈ ਤੇ ਬਿਲਕੁਲ ਪਹਿਲਾਂ ਦੀ ਤਰ੍ਹਾਂ ਸਭ ਕੁਝ ਬੰਦ ਕਰ ਦਿੱਤਾ ਜਾਂਦਾ ਵਿਦਆਊਟ ਐਨੀ ਨੋਟੀਫਿਕੇਸ਼ਨ, ਤੇ ਫਿਰ ਕੀ ਹੋਊਗਾ ਇਹਨਾਂ ਦਾ? ਜਿਸ ਤਰੀਕੇ ਨਾਲ ਬਹੁਤ ਸਾਰੇ ਜਿਹੜੇ ਡੇਲੀ ਕਮਾਉਣ ਵਾਲੇ ਆ ਜਾਂ ਬਹੁਤ ਥੋੜੀ ਜਿਹੜੇ ਪੈਸਿਆਂ ਦੇ ਕੰਮ ਕਰਨ ਵਾਲੇ ਲੋਕ ਆ, ਉਹ ਪਰਮਨੈਂਟ ਬੇਰੁਜ਼ਗਾਰ ਹੋ ਗਏ ਸੀ, ਕਿੰਨੀ ਦੇਰ ਖਵਾ ਸਕੋਗੇ ਇਹਨਾਂ ਨੂੰ? ਇਹ ਤਾਂ ਜੀ ਇਹ ਸਭ ਹਾਰਡ ਐਂਡ ਫਾਸਟ ਤਾਂ ਹੈ ਨਹੀਂ, ਥੋੜਾ ਜਿਹਾ ਅਸੀਂ ਐਡਜਸਟ ਕਰਾਂਗੇ, ਥੋੜਾ ਉਹ ਆਪਣਾ ਕੰਮ ਕਰਨਗੇ। ਕਿਸੇ ਨੇ ਸਬਜ਼ੀ ਦਾ ਕੰਮ ਕਰ ਲਿਆ, ਕਿਸੇ ਨੇ ਫਰੂਟ ਦਾ ਕੰਮ ਕਰ ਲਿਆ, ਕਿਸੇ ਨੇ ਛੋਟਾ ਮੋਟਾ ਕੰਮ ਕਰ ਲਿਆ। ਇਹ ਚੀਜ਼ਾਂ ਸਾਹਮਣੇ ਆ ਰਹੀਆਂ? ਹਾਂ ਬਿਲਕੁਲ ਜੀ ਆਉਂਦੀ ਆ। ਇਸਕੇ ਨਾਲ ਤਾਂ ਇਹ ਤਾਂ ਹੈ ਨਹੀਂ ਵੀ ਇਹ ਬੰਦ ਸਾਈਡ ਆ ਕੰਮ ਕੋਈ। ਜੇ ਜ਼ਿਆਦਾ ਦੇਰ ਚੱਲਿਆ ਤਾਂ ਦੁਕਾਨਦਾਰ ਕਿੱਥੋਂ ਦੇ ਪੱਲੋ ਕਦ ਤੱਕ ਦਿੰਦਾ ਰਹੇਗਾ? ਕੋਈ ਵੀ ਇੱਕ ਲਿਮਟ ਹੁੰਦੀ ਹੈ ਹਰ ਚੀਜ਼ ਦੀ। ਇਹਨਾਂ ਨਾਲ ਤੇਰਾ ਨਾਲ ਅਸੀਂ ਕੋਆਪਰੇਟ ਕਰਾਂਗੇ, ਸਾਡੇ ਨਾਲ ਕੋਆਪਰੇਟ ਕਰਨਗੇ, ਗਿਵ ਐਂਡ ਟੇਕ ਚਲੇ ਗਏ, ਇਹਨਾਂ ਨੂੰ ਕਰਨਾ ਹੀ ਪਏਗਾ। ਜੇ ਨਹੀਂ ਸਾਡੇ ਪਾਸ ਹੋਏਗਾ, ਸਾਡੇ ਹੱਥ ਖੜੇ ਹੋ ਜਾਏਗੀ। ਬਾਕੀ ਜਿਸ ਤਰ੍ਹਾਂ ਫੈਕਟਰੀਆਂ ਵਾਲਿਆਂ ਨੇ ਮਜ਼ਦੂਰ ਬੰਦੇ ਕੱਢੇ ਆ, ਬੰਦੇ ਹਟਾਏ ਆ, ਸਾਨੂੰ ਵੀ ਕੁਝ ਸੋਚਣਾ ਪਏਗਾ ਉਸ ਬਾਰੇ 'ਚ। ਪਰ ਅਸੀਂ ਤਾਂ ਕਹਿੰਦੇ ਐਸੀ ਸਥਿਤੀ ਨਾ ਆਵੇ। ਸਰਕਾਰਾਂ ਕੋਲੇ ਇਸ ਚੀਜ਼ ਦਾ ਹੱਲ ਕੋਈ ਨਹੀਂ ਦਿਖਦਾ? ਨੈਚੁਰਲੀ ਦਿਖਣੇ ਤਾਂ ਹੀ ਤਾਂ ਹੋ ਨਹੀਂ ਰਿਹਾ। ਐਸੀ ਕੋਈ ਚੀਜ਼ ਹੈ ਜਿਹੜੀ ਸਰਕਾਰ के पास नहीं होता हल कोई। सरकार पर सब कुछ है, सरकार सब कुछ कर सकती है, सिर्फ वोटा के कारण वो सरकार कुछ नहीं कर रही। नहीं ऐसी कोई प्रॉब्लम नहीं है। जिस आप थोड़ा पहले भी किया
भी बाकी कंट्री ने उस पर नकेल पाई है ना, हिंदुस्तान क्यों नहीं पा सकता? जबकि हिंदू पास सब तो संसाधन ज़्यादा, हिंदुस्तान की वैसे भी इम्यूनिटी पावर बहुत ज़्यादा हैगी एज कम्पेयर टू अदर कंट्रीज, फिर भी वो नकेल नहीं पा सके ना पर। ਬਿਲਕੁਲ ਦੁਕਾਨਾਂ ਜਿਹੜੀਆਂ ਸੁੰਨੀਆਂ ਪਈਆਂ ਹੋਈਆਂ, ਪਰ ਬਿਜਲੀ ਦਾ ਖਰਚਾ ਵੀ ਆਉਣਾ, ਰੋਜ਼ਾਨਾ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਉਹਦਾ ਖਰਚਾ ਵੀ ਆਉਣਾ, ਤੇ ਵਰਕਰ ਜਿਹੜੇ ਆ ਇੱਥੇ ਉਹ ਕੰਮ ਕਰ ਰਹੇ ਨੇ। ਤੇ ਜੇ ਪਰਮਾਨੈਂਟ ਲਾਕਡਾਊਨ ਦੇ ਵੱਲ ਦੇਸ਼ ਵੱਧਦਾ ਹੈ ਤੇ ਫਿਰ ਤੋਂ 1 ਸਾਲ ਪਹਿਲਾਂ ਤਾਂ ਇਹ ਬਹਾਨਾ ਸੀ ਸਰਕਾਰ ਕੋਲੇ ਵੀ ਸਾਡੇ ਕੋਲੇ ਤਿਆਰੀ ਨਹੀਂ ਸੀ, ਸਾਨੂੰ ਪਤਾ ਨਹੀਂ ਲੱਗਿਆ ਕਿ ਅਚਾਨਕ ਆਈ ਮਹਾਮਾਰੀ ਜਿਹੜੀ, ਇਹਦੇ ਵਿੱਚ ਅਸੀਂ ਇਹਨੂੰ ਹੈਂਡਲ ਕਿਵੇਂ ਕਰੀਏ। ਪਰ ਹੁਣ ਕਿਉਂਕਿ 1 ਸਾਲ ਬੀਤ ਚੁੱਕਿਆ ਤੇ ਉਹਦੇ ਬਾਵਜੂਦ ਹਾਲਾਤ ਉਹੀ ਆ, ਵੈਕਸੀਨੇਸ਼ਨ ਹੋਣ ਦੇ ਬਾਵਜੂਦ ਦੇਸ਼ ਦੇ ਆਪਣੇ ਲਈ ਜਿਹੜੇ ਆਪਣੇ ਲੋਕਾਂ ਦੇ ਲਈ ਵੈਕਸੀਨੇਸ਼ਨ ਹੈ ਨਹੀਂ ਆ, ਹਸਪੀਟਲਾਂ ਦੇ ਵਿੱਚ ਬੈੱਡ ਨਹੀਂ ਆ, ਆਕਸੀਜਨ ਦਾ ਪ੍ਰਬੰਧ ਨਹੀਂ ਆ, ਔਰ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਸਾਲ ਪਹਿਲਾਂ ਲੋਕ ਰੁਲ ਰਹੇ ਸੀ ਉਸੇ ਤਰੀਕੇ ਨਾਲ ਹੁਣ ਲੋਕ ਰੁਲ ਰਹੇ ਆ। ਤੇ ਦੁਕਾਨਾਂ ਦਾ ਹਾਲ ਤੁਸੀਂ ਦੇਖ ਹੀ ਚੁੱਕੇ ਹੋ ਕਿ ਖਰਚੇ ਜਿਉਂਦੀ ਤਿਉਂ ਨੇ, ਇੰਪਲੋਈ ਕੰਮ ਕਰ ਰਹੇ ਨੇ, ਪਰ ਫਿਰ ਤੋਂ ਹਾਲਾਤ ਜਿਹੜੇ ਉਹੀ ਬਣ ਸਕਦੇ ਆ ਜੇ ਗਵਰਨਮੈਂਟ ਸਮਾਂ ਰਹਿੰਦੇ ਕਦਮ ਨਹੀਂ ਚੱਕਦੀ, ਤੇ ਇਹ ਲੋਕ ਫਿਰ ਤੋਂ ਬੇਰੁਜ਼ਗਾਰ ਹੋ ਕੇ ਘਰਾਂ ਦੇ ਵਿੱਚ ਪਰੇਸ਼ਾਨ ਹੋਣ ਦੇ ਲਈ ਬੈਠ ਸਕਦੇ ਆ। ਫੁਲਕਾਰੀਆਂ ਦੀ ਇੱਕ ਦੁਕਾਨ ਦੇ ਬਾਹਰ ਮੌਜੂਦ ਆ, ਔਰ ਇਹ ਸਭ ਤੋਂ ਪਸੰਦੀਦਾ ਤੇ ਕਹਿ ਸਕਦੇ ਆ ਕਿ ਪੰਜਾਬੀ ਸੱਭਿਆਚਾਰ ਦੀ ਇੱਕ ਸੱਭਿਆਚਾਰ ਤੇ ਟ੍ਰੈਡੀਸ਼ਨਲ ਇੱਕ ਚੀਜ਼ ਆ ਜਿਹਦੇ ਲਈ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਮੋਹ ਦੇਖਿਆ ਜਾ ਸਕਦਾ, ਔਰ ਕੁੜੀਆਂ ਦੀ ਇੱਕ ਪਸੰਦੀਦਾ ਜਿਹੜੀ ਚੀਜ਼ ਆ ਫੁਲਕਾਰੀ। ਫੁਲਕਾਰੀ ਦੀ ਦੁਕਾਨ ਤੇ ਆਈ ਆ, ਤੇ ਇਹ ਵੀ ਦੁਕਾਨ ਜਿਹੜੀ ਆ ਦੂਸਰੀਆਂ ਦੁਕਾਨਾਂ ਦੀ ਤਰ੍ਹਾਂ ਸੁੰਨੀ ਪਈ ਹੋਈ ਆ। ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਫੁਲਕਾਰੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਕਾਫੀ ਮਹਿੰਗੀ ਵਿਕਦੀ ਆ, ਤੇ ਪਰ ਇਹਦੇ ਲਈ ਪਿਆਰ ਜਿਹੜਾ ਕੁੜੀਆਂ ਦਾ ਉਹ ਜਿਉਂ ਦੀ ਤਿਉਂ ਬਣਿਆ ਹੋਇਆ। ਔਰ ਕੱਲੀਆਂ ਫੁਲਕਾਰੀਆਂ ਜਿਹੜੀਆਂ ਦੁਪੱਟੇ ਦੇ ਰੂਪ ਦੇ ਵਿੱਚ ਹੀ ਨਹੀਂ, ਹੁਣ ਫੁਲਕਾਰੀ ਦੀ ਜਿਹੜੀ ਇੱਕ ਖਾਸ ਕਢਾਈ ਹੁੰਦੀ, ਖਾਸ ਡਿਜ਼ਾਈਨ ਹੁੰਦਾ, ਉਹ ਸੂਟਾਂ ਦੇ ਤੌਰ ਤੇ ਵੀ ਵਰਤਿਆ ਜਾਂਦਾ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲਾਤ ਬਣੇ ਹੋਏ ਆ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ? ਕਿੰਨਾ ਕੁ ਘਾਟਾ ਆਇਆ, ਕਿੰਨਾ ਕੁ ਅਸਰ ਪਿਆ ਕਰੋਨਾ ਦਾ ਤੁਹਾਡੇ ਕੰਮ ਤੇ? ਕਾਫੀ ਫਰਕ ਪਿਆ ਹੈਗਾ ਜੀ ਕੰਮ ਦਾ ਤਾਂ ਜੀ, ਘੱਟ ਤੋਂ ਘੱਟ ਸਮਝ ਲਓ ਕਿ ਕੰਮ ਬਿਲਕੁਲ ਖਤਮ ਹੀ ਹੋ ਗਿਆ ਹੈਗਾ ਜੀ। ਇੱਕ ਤਾਂ ਹੁੰਦੇ ਨਾ 50% ਹੈ ਕੰਮ ਹੈ ਹੀ ਨਹੀਂ ਹੈਗਾ, ਕਿਉਂਕਿ ਜਿੰਨੇ ਵੀ ਕਸਟਮਰ ਆਉਂਦੇ ਸੀਗੇ ਪਹਿਲਾਂ ਬਾਹਰੋਂ ਆਉਂਦੇ ਸੀਗੇ ਕਸਟਮਰ, ਬਾਹਰ ਦੀ ਕਸਟਮਰ ਹੈ ਫੁਲਕਾਰੀ ਲੈਂਦੇ ਗਏ, ਜਿੰਨੀਆਂ ਵੀ ਆਈਟਮਾਂ ਲੈਂਦੇ ਗਏ ਬਾਹਰ ਦੇ ਕਸਟਮਰ ਨੇ, ਬਾਹਰੋਂ ਤੁਹਾਨੂੰ ਪਤਾ ਹੁਣ ਕੋਈ ਆ ਨਹੀਂ ਰਿਹਾ ਹੈਗਾ, ਇਸ ਕਰਕੇ ਕੰਮ ਨੂੰ ਬਹੁਤ ਜ਼ਿਆਦਾ ਫਰਕ ਪਿਆ ਹੋਵੇਗਾ। ਜਿਹੜੇ ਫੁਲਕਾਰੀਆਂ ਬਣਾਉਣ ਵਾਲੇ ਵੀ ਤੁਹਾਡੇ ਨਾਲ ਜਿਹੜੇ ਆ ਕਿੱਤੇ ਵਾਲੇ ਲੋਕ ਜੁੜੇ ਹੁੰਦੇ ਆ, ਕਿਉਂਕਿ ਇਹ ਜ਼ਿਆਦਾਤਰ ਹੈਂਡਮੇਡ ਜਿਹੜਾ ਇਹਦੇ ਤੇ ਕੰਮ ਹੁੰਦਾ ਤੇ ਇਸੇ ਕਰਕੇ ਸ਼ਾਇਦ ਇਹਦੀ ਕੀਮਤ ਜ਼ਿਆਦਾ ਹੁੰਦੀ ਆ। ਫਿਰ ਇਹਦੇ ਤੁਹਾਡੀ ਦੁਕਾਨ ਤੋਂ ਲੈ ਕੇ ਪਿੱਛੇ ਤੱਕ ਕਿੰਨੇ ਸੰਬੰਧਿਤ ਲੋਕਾਂ ਦੇ ਕੰਮ ਹੁਣ ਜਿਹੜੇ ਠੱਪ ਹੁੰਦੇ ਨਜ਼ਰ ਆ ਰਹੇ ਆ? ਸਾਰਿਆਂ ਦੇ ਲੋਕਾਂ ਦੇ ਹੀ ਕੰਮ ਠੱਪ ਹੋ ਗਏ ਹੈਗੇ ਜੀ, ਕਢਾਈਆਂ ਹੁਣ ਉਨੀਆਂ ਹੋ ਨਹੀਂ ਰਹੀਆਂ ਜਿੰਨੀਆਂ ਪਹਿਲਾਂ ਕਢਾਈਆਂ ਹੁੰਦੀਆਂ, ਕਿਉਂਕਿ ਘਰ ਘਰ 'ਚ ਜਾਣਾ ਪੈਂਦਾ ਹੈਗਾ, ਤੁਹਾਨੂੰ ਪਤਾ ਹੈਗਾ ਹੁਣ ਘਰ ਘਰ 'ਚ ਜਾਣਾ ਕਿੰਨਾ ਮੁਸ਼ਕਲ ਹੋਇਆ ਹੈਗਾ, ਕਿਸੇ ਦੇ ਘਰ ਐਵੇਂ ਆਪਾਂ ਜਾ ਨਹੀਂ ਸਕਦੇ ਹੈਗੇ, ਇਸ ਕਰਕੇ ਹੁਣ ਕੰਮ ਵੀ ਨਹੀਂ ਇੰਨਾ ਬਣ ਰਹੇਗਾ ਜੋ ਪਹਿਲਾਂ ਕੰਮ ਬਣਦਾ ਸੀਗਾ ਜੀ। ਲੋਕਾਂ ਦੇ ਕੋਲੇ ਖਰੀਦਣ ਦੀ ਸਮਰੱਥਾ ਉਨੀ ਹੈਗੀ ਆ ਜਿੰਨੀ ਜਿਵੇਂ ਪਹਿਲਾਂ, ਕਿਉਂਕਿ ਤੁਹਾਡੀਆਂ ਫੁਲਕਾਰੀਆਂ ਕਾਫੀ ਮਹਿੰਗੀਆਂ ਹੁੰਦੀਆਂ, ਦੇਖਿਆ ਜਾਵੇ 1000-1200 ਤੋਂ ਲੈ ਕੇ 20-25-30 ਹਜ਼ਾਰ ਤੱਕ ਦੀਆਂ ਫੁਲਕਾਰੀਆਂ ਲੋਕ ਲੈਂਦੇ ਆ, ਸੂਟ ਤਾਂ ਇਸ ਤੋਂ ਵੀ ਮਹਿੰਗੇ ਆਉਂਦੇ ਆ। ਖਰੀਦਣ ਦੀ ਸਮਰੱਥਾ ਜੇ ਐਨਆਰਆਈਜ਼ ਤੋਂ ਬਿਨਾਂ ਦੇਖੀਏ, ਜਦੋਂ ਬਾਹਰੋਂ ਲੋਕ ਆਉਂਦੇ ਉਹ ਖਰੀਦਦੇ ਆ, ਪਰ ਇਹਦੇ ਲਈ ਲੋਕਾਂ ਦੇ ਵਿੱਚ ਦੇਖਦੇ ਆ ਵੀ ਸਮਰੱਥਾ ਹੈਗੀ ਆ ਖਰੀਦਣ ਦੀ ਜਾਂ ਨਹੀਂ? ਉਨੀ ਸਮਰਥਾ ਨਹੀਂ ਹੈਗੀ ਜਿੰਨੀ ਪਹਿਲਾਂ ਜਿਹੜੇ ਬਾਹਰ ਦੇ ਲੋਕੀ ਆਉਂਦੇ ਨਾ, ਉਹ ਤਾਂ ਬੇਪਰਵਾਹ ਪੈਸੇ ਆ ਕੇ ਖਰਚਦੇ ਹੈਗੇ, ਯਾਨੀ ਕਿ ਲੈ ਕੇ ਜਾਂਦੇ ਹੈਗੇ ਫੁਲਕਾਰੀ। ਬਾਕੀ ਜਿਹੜੇ ਇਹ ਕਸਟਮਰ ਆਉਂਦੇ ਹੈਗੇ ਇਹ ਤਾਂ ਕਹਿੰਦੇ ਕਿ ਬਸ ਘੱਟ ਰੇਂਜ 'ਚ ਚਾਹੀਦੇ ਹੈਗੇ, ਉਹ ਫਿਰ ਇੰਨੀ ਹੈ ਨਹੀਂ, ਸੇਲ ਨਹੀਂ ਹੈਗੀ ਨਾ, ਉਹਨਾਂ ਨਾਲ ਰੇਟ ਬਣ ਸਕਦੇ ਹੈਗੇ ਜੀ ਸਾਡੇ ਜੀ, ਇਸ ਕਰਕੇ ਤਾਂ ਸੇਲ ਨੂੰ ਫਰਕ ਪਿਆ ਹੋਇਆ ਹੈਗਾ ਜੀ ਕੰਮ ਨੂੰ ਜੀ। ਨਾਲੇ ਜੋ ਉਹ ਖਰੀਦਦੇ ਆ ਨਾ ਸਮਾਨ, ਇਹ ਇੱਥੇ ਦੇ ਲੋਕਲ ਇੰਨੇ ਕਸਟਮਰ ਨਹੀਂ ਖਰੀਦਦੇ ਹੈਗੇ ਜੀ ਸਮਾਨ ਜੀ, ਬਹੁਤ ਫਰਕ ਹੈਗਾ ਇਸ ਚੀਜ਼ ਦੇ ਉੱਤੇ ਕੰਮ ਨੂੰ। ਪਿਛਲੇ ਸਮੇਂ ਜਿੰਨਾ ਕੁ ਘਾਟਾ ਪਿਆ ਸੀ, ਦੁਕਾਨਾਂ ਇੱਕਦਮ ਬੰਦ ਹੋ ਗਈਆਂ ਸੀ, ਸਭ ਕੁਝ ਬੰਦ ਹੋ ਗਿਆ ਸੀ, ਔਰ ਲੋਕ ਡਰਦੇ ਜਿੰਨੀ ਕਿ ਜਮ੍ਹਾਂ ਪੂੰਜੀ ਸੀ ਉਹ ਇਹਨਾਂ ਚੀਜ਼ਾਂ ਦੇ ਉੱਤੇ ਲਾਉਣ ਤੋਂ ਤਾਂ ਬਚ ਰਹੀ ਸੀ। ਉਸ ਦੌਰਾਨ ਉਸ ਤੋਂ ਬਾਅਦ ਜਿਵੇਂ ਹੁਣ ਵਾਲੇ ਲਾਕਡਾਊਨ ਤੋਂ ਪਹਿਲਾਂ ਜਿੰਨਾ ਸਮਾਂ ਬਾਜ਼ਾਰ ਖੁੱਲੇ ਸੀ, ਪਿਛਲੇ ਘਾਟੇ ਪੂਰੇ ਹੋ ਗਏ ਸੀ? ਨਹੀਂ, ਕਿੱਥੇ ਪੂਰੇ ਹੋ ਜਾਣਗੇ ਜੀ, ਇੰਨੀ ਛੇਤੀ ਕਿੱਥੇ ਪੂਰੇ ਹੋਣਗੇ ਜੀ, ਕੰਮ ਨਹੀਂ ਹੈ ਜੀ, ਕਾਰਨ ਤਾਂ ਇਹੀ ਹੈਗਾ ਜੀ ਮਾਰਕੀਟ 'ਚ ਜੀ। ਐਨਆਰਆਈਜ਼ ਆਏ ਨਹੀਂ? ਹਾਂ, ਐਨਆਰਆਈਜ਼ ਬਿਲਕੁਲ ਬਾਹਰ ਦਾ ਕਸਟਮਰ ਬਿਲਕੁਲ ਨਹੀਂ ਆਇਆ, ਐਨਆਰਆਈਜ਼ ਨਹੀਂ ਆਏਗੇ ਬਿਲਕੁਲ ਵੀ। ਸਾਡੇ ਕੋਲ ਵੈਸੇ ਮੈਂ ਲੋਕਲ ਆਉਂਦੇ ਸੀਗੇ, ਜਿਵੇਂ ਕੋਈ ਮੋਗੇ ਤੋਂ ਆਉਂਦਾ, ਕੋਈ ਲੁਧਿਆਣੇ ਤੋਂ ਆਉਂਦਾ, ਕੋਈ ਨਵੇਂ ਸ਼ਹਿਰ ਤੋਂ ਆਉਂਦਾ ਹੈਗਾ ਕਸਟਮਰ, ਇਸ ਕਰਕੇ ਆਉਂਦਾ ਹੀ ਨਹੀਂ ਹੈਗਾ। ਕੋਈ ਚੰਡੀਗੜ੍ਹ ਤੋਂ ਆਉਂਦਾ ਹੈਗਾ ਕਸਟਮਰ, ਆਉਂਦਾ ਨਹੀਂ ਹੈਗਾ ਜੀ ਉੱਥੋਂ ਦੀ ਕਿੰਨਾ ਕਸਟਮਰ ਦੀ ਮਾਰਕੀਟ ਦੇ ਵਿੱਚ। ਕੋਈ ਆਉਂਦਾ ਹੈਗਾ ਕਿਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ, ਉਹੀ ਕਸਟਮਰ ਆਉਂਦਾ ਹੈਗਾ ਮਾਰਕੀਟ ਦੇ ਵਿੱਚ, ਨਹੀਂ ਤਾਂ ਮਾਰਕੀਟ ਦਾ ਇੰਨਾ ਰਸ਼ ਹੁੰਦਾ ਸੀਗਾ ਜੀ, ਸਾਹਮਣੇ ਖਾਲੀ ਪਈ ਹੈਗੀ ਮਾਰਕੀਟ ਦੀ ਕਿੰਨੇ ਟਾਈਮ ਤੋਂ ਜੀ, ਇਹ ਫਰਕ ਹੈਗਾ। ਜੇ ਦੇਸ਼ ਦੇ ਵਿੱਚ ਪਰਮਾਨੈਂਟ ਲਾਕਡਾਊਨ ਲੱਗਦਾ, ਪੱਕਾ ਲਾਕਡਾਊਨ ਲੱਗ ਜਾਂਦਾ, ਜਿਸ ਤਰੀਕੇ ਨਾਲ ਭਾਰਤ ਦੇ ਹਾਲਾਤ ਜਿਹੜੇ ਆ ਉਹ ਤਾਂ ਬਹੁਤ ਬੱਤਰ ਦੱਸੇ ਜਾ ਰਹੇ, ਅੰਕੜੇ ਦੱਸਦੇ ਆ ਕਿ ਬਹੁਤ ਬੱਤਰ। ਹਾਲਾਂਕਿ ਦਵਾਈ ਬਣ ਚੁੱਕੀ ਹੈ, ਪਰ ਦਵਾਈ ਬਾਹਰਲੇ ਦੇਸ਼ਾਂ ਨੂੰ ਪਹੁੰਚ ਚੁੱਕੀ ਹੈ, ਸਾਡੇ ਕੋਲੇ ਹਜੇ ਪੂਰੀ ਜਿਹੜੀਆਂ ਸਟੇਟਾਂ ਕੋਲੇ ਦਵਾਈ ਵੀ ਨਹੀਂ ਹੈਗੀ। ਫਿਰ ਕੀ ਲੱਗਦਾ ਕਿ ਕਿੰਨਾ ਕੁ ਸਮਾਂ ਲੱਗੂਗਾ ਤੁਹਾਨੂੰ ਦੁਬਾਰਾ ਖੜੇ ਹੋਣ ਲਈ? ਦੁਬਾਰਾ ਖੜਾ ਹੋ ਹੀ ਨਹੀਂ ਸਕਦੇ ਕਿ ਜੀ, ਫਿਰ ਕੀ ਇੱਦਾਂ ਖੜੇ ਹੋ ਜਾਣਗੇ ਜੀ, ਜੇ ਇੱਕ ਵਾਰੀ ਤਾਂ ਬੰਦ ਹੋ ਗਈ ਨਾ ਮਾਰਕੀਟ ਦੇ, ਹੁਣ ਤਾਂ ਨਹੀਂ ਖੜੇ ਹੋ ਸਕਦੇ, ਪਹਿਲਾਂ ਹੀ ਸੈਟਿੰਗ ਹੋਈ ਹੈਗੀ, ਹੁਣ ਕਿੱਦਾਂ ਹੋ ਜਾਣਗੇ ਜੀ। ਹੁਣ ਵੈਸੇ ਲੱਗਦਾ ਨਹੀਂ ਜੀ ਲੋਕਡਾਊਨ ਮੇਰੇ ਹਿਸਾਬ ਨਾਲ ਤਾਂ ਜੀ, ਦੇਖੋ ਜੀ ਜਿਹੜਾ ਟਾਈਮਿੰਗ ਦਿੱਤੀ ਹੈਗੀ 7 ਵਜੇ ਦਾ ਟਾਈਮ ਹੈਗਾ, ਬਸ ਇਹੀ ਹੈਗਾ ਜੀ, ਵੈਸੇ ਨਹੀਂ ਲੱਗਦਾ ਹੈਗਾ ਇਸ ਹਿਸਾਬ ਨਾਲ ਜੀ। ਜਾਇਜ਼ ਆ, ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਮੋਸਟਲੀ ਦੇਖਿਆ ਜਾਵੇ ਕਿ 11-12 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿੰਦੀਆਂ, ਹੁਣ 7 ਵਜੇ ਜਿਹੜੀਆਂ ਦੁਕਾਨਾਂ ਬੰਦ ਕਰਾ ਦਿੱਤੀਆਂ ਜਾਂਦੀਆਂ ਤੇ ਸਵੇਰ 5 ਵਜੇ ਤੱਕ, ਇਹ ਜਾਇਜ਼ ਲੱਗਦੀਆਂ ਤੁਹਾਨੂੰ?
ਚਲੋ ਇੰਨੀ ਕੁ ਤਾਂ ਕੋਈ ਗੱਲ ਨਹੀਂ ਹੈਗੀ ਵੀ ਬੰਦ ਨਾਲੋਂ ਤਾਂ ਠੀਕ ਹੈ ਨਾ ਜੀ। ਜੇ ਅਗਰ ਬੰਦ ਬਿਲਕੁਲ ਹੀ ਬੰਦ ਕਰ ਦੇਣ ਉਹਦੇ ਨਾਲੋਂ ਤਾਂ ਠੀਕ ਹੈ। ਚਲੋ 7 ਵਜੇ ਦੀ ਕੋਈ ਗੱਲ ਨਹੀਂ ਹੈਗੀ, ਇੰਨੀ ਕੁ ਤਾਂ ਕੋਈ ਗੱਲ ਨਹੀਂ। ਜਿਵੇਂ ਸੰਡੇ ਦਾ ਵੀ ਬੰਦ ਕਰਤਾ ਕੋਈ ਗੱਲ ਨਹੀਂ ਹੈਗੀ, ਇੰਨਾ ਤਾਂ ਬੰਦਾ ਸਰ ਲੈਂਦਾ ਹੈਗਾ। ਜੇ ਬਿਲਕੁਲ ਹੀ ਬੰਦ ਕਰ ਦੇਗਾ ਤਾਂ ਫਿਰ ਤਾਂ ਬਿਲਕੁਲ ਹੀ ਮਰ ਜਾਵਾਂਗੇ ਜੀ, ਫਿਰ ਤਾਂ ਕੰਮ ਬਹੁਤ ਖਰਾਬ ਹੋ ਜਾਏਗਾ ਜੀ। ਹੁਣ ਦਿਨ ਦੇ ਪੂਰੇ ਦਿਨ ਦੀ ਕਿੰਨੀ ਸੇਲ ਹੋ ਜਾਂਦੀ ਹੈ? ਦੇਖੋ ਜੀ, ਜਿਵੇਂ ਪਹਿਲਾਂ ਸਾਡੀ ਸੇਲ ਵੈਸੇ ਤਾਂ ਗਰਮੀਆਂ ਦੇ ਵਿੱਚ ਕੰਮ ਘੱਟ ਹੀ ਹੁੰਦਾ ਹੈਗਾ ਅਸੂਲਨ ਤੌਰ ਤੇ। ਜਦੋਂ ਪਹਿਲਾਂ ਸੀਜ਼ਨ ਹੁੰਦਾ ਸੀਗਾ ਨਾ, ਸੀਜ਼ਨ ਦੇ ਹਿਸਾਬ ਦੇ ਨਾਲ ਵੀ ਵੈਸੇ ਵੀ ਗਰਮੀਆਂ ਦੇ ਵਿੱਚ ਘੱਟ ਹੁੰਦਾ ਸੀਗਾ ਕੰਮ। ਪਰ ਸੀਜ਼ਨ ਦੇ ਵਿੱਚ ਐਤਕੀ ਜਿਹੜਾ ਹੁਣ ਪਿੱਛੇ ਸੀਜ਼ਨ ਸਾਡਾ ਲੰਘ ਕੇ ਗਿਆ ਹੈਗਾ ਵੀ ਉਹ ਬਹੁਤ ਵਧੀਆ ਹੁੰਦਾ ਸੀਗਾ, ਪਰ ਉਹਦੇ ਨਾਲ ਇਹ ਹੈ ਵੀ 50% ਸੀਗਾ ਕੰਮ। ਬਾਕੀ ਗਰਮੀਆਂ ਦਾ ਕੰਮ ਤਾਂ ਵੈਸੇ ਵੀ ਹੀ ਘੱਟ ਜਾਂਦਾ ਹੈਗਾ ਕੰਮ ਮੇਨ ਚੱਲਦਾ ਹੈਗਾ ਸਤੰਬਰ ਅਕਤੂਬਰ, ਵਿਆਹ ਸ਼ਾਦੀਆਂ ਵਾਲੇ ਦਿਨਾਂ 'ਚ ਕੰਮ ਚੱਲਦਾ ਹੈਗਾ। ਹੁਣ ਅੱਗੇ ਦੇਖੋ ਇਸ ਸੀਜ਼ਨ ਦੇ ਵਿੱਚ ਕੀ ਬਣਦਾ ਹੈਗਾ ਜੀ। ਪਿਛਲਾ ਸੀਜ਼ਨ ਤਾਂ ਹੋ ਹੀ ਗਿਆ ਖਰਾਬ ਜੀ। ਆਸ ਹੈਗੀ ਹੈ ਤੁਹਾਨੂੰ ਵੀ ਅਕਤੂਬਰ ਨਵੰਬਰ ਤੱਕ? ਹਾਂ ਆਸ ਪੂਰੀ ਹੈਗੀ ਜੀ। ਅਸੀਂ ਤਾਂ ਕਹਿੰਦੇ ਜੀ ਵਧੀਆ ਹੋਵੇ, ਪਹਿਲਾਂ ਵਾਂਗੂ ਹੋ ਜਾਵੇ, ਜਿਵੇਂ ਪਹਿਲਾਂ ਸੀਗਾ ਜੀ ਉਵੇਂ ਹੀ ਹੋ ਜਾਵੇ ਜੀ। ਲੱਗਦੀ ਆਸ ਪੂਰੀ ਹੈਗੀ ਜੀ। ਕਿਸਾਨੀ ਮੋਰਚੇ ਦਾ ਕੁਝ ਇਸ ਚੀਜ਼ ਦੇ ਉੱਤੇ ਅਸਰ ਦੇਖਦੇ ਆ? ਕਿਉਂਕਿ ਵਾਢੀ ਜਾਂ ਕਹਿ ਸਕਦੇ ਹਾਂ ਹਾੜੀ ਸੌਣੀ ਤੇ ਲੋਕ ਜਿਹੜੇ ਆ ਕਿਸਾਨ ਆਪਣੇ ਧੀਆਂ ਪੁੱਤਾਂ ਦੇ ਵਿਆਹ ਰਚਦੇ ਆ, ਉਦੋਂ ਤੁਹਾਡੇ ਕੋਲ ਕਸਟਮਰ ਆਉਂਦੇ ਆ, ਉਸ ਚੀਜ਼ ਦਾ ਇੰਪੈਕਟ ਦੇਖਦੇ ਆ ਇਸ ਚੀਜ਼ ਦੇ ਉੱਤੇ? ਉਹ ਬਹੁਤ ਜ਼ਿਆਦਾ ਫਰਕ ਹੈ ਜੀ, ਕਿਉਂਕਿ ਮੇਨ ਜਿਹੜਾ ਗਾਹਕ ਹੈਗਾ ਨਾ, ਜੱਟ ਜ਼ਿਮੀਂਦਾਰ ਗਾਹਕ ਹੀ ਪੈਸੇ ਖਰਚਦਾ ਹੈਗਾ ਜੀ। ਉਹ ਆ ਕੇ ਪਰਵਾਹ ਨਹੀਂ ਕਰਦੇ ਕਿ ਉਹੀ ਲੈਣੇ ਮਹਿੰਗੇ ਮਹਿੰਗੇ ਸੂਟ, ਮਹਿੰਗੇ ਮਹਿੰਗੇ ਦੁਪੱਟੇ। ਸਾਰੀ ਮਾਰਕੀਟ ਦੇ ਵਿੱਚ ਸਾਰੇ ਬੈਠੇ ਹੀ ਉਹਨਾਂ ਦੇ ਸਿਰ ਦੇ ਉੱਤੇ ਹੈਗੇ ਜੀ। ਉਹਨਾਂ ਨਾਲ ਬਹੁਤ ਫਰਕ ਹੈਗਾ। ਉਹ ਬੈਠੇ ਆ ਉੱਥੇ, ਦੇਖੋ ਕਿੱਥੇ ਪਿੱਛੇ ਅਗਲੇ ਵਿਆਹ ਸ਼ਾਦੀਆਂ ਕਿੱਦਾਂ ਹੋ ਸਕਦਾ ਹੈਗਾ ਜੀ। ਇਸ ਚੀਜ਼ ਨਾਲ ਬਹੁਤ ਫਰਕ ਪਿਆ ਹੋਇਆ ਮਾਰਕੀਟ ਦੇ ਵਿੱਚ। ਕੁਛ ਤਾਂ ਲੋਕਡਾਊਨ ਹੋ ਗਿਆ, ਕੁਛ ਖੇਤੀਬਾੜੀ ਵਾਲਾ ਕੰਮ ਜਿਹੜਾ ਇਹ ਕਿਸਾਨ ਉੱਥੇ ਬੈਠੇ ਹੈਗੇ ਜੀ। ਬਹੁਤ ਸੋਚਦੇ ਆ ਕਿਸਾਨਾਂ ਬਾਰੇ ਜਿੱਤ ਹੋਣੀ ਚਾਹੀਦੀ ਹੈ ਉਹਨਾਂ ਦੀ ਜਾਂ ਬਿਲਕੁਲ ਜਿੱਤ ਹੋਣੀ ਚਾਹੀਦੀ ਹੈ, ਜਿੱਤ ਹੋਣੀ ਚਾਹੀਦੀ ਹੈ। ਇਸ ਦੁਕਾਨਦਾਰ ਉਹਨਾਂ ਦੇ ਨਾਲ ਹੈਗੇ ਜੀ। ਅਸੀਂ ਕਹਿੰਦੇ ਸਾਰੇ ਅਸੀਂ ਉਹਨਾਂ ਨਾਲ ਹੋ ਜਾਾਂਗੇ ਜੀ। ਜੇ ਉਹ ਹੋਣਗੇ ਤਾਂ ਅਸੀਂ ਵੀ ਹੋਵਾਂਗੇ ਜੀ, ਜੇ ਉਹ ਨਹੀਂ ਤਾਂ ਅਸੀਂ ਵੀ ਨਹੀਂ ਹੈਗੇ ਜੀ। ਆਪਾਂ ਸਾਰਾ ਕੁਝ ਉਹਨਾਂ ਤੋਂ ਹੀ ਕੁਝ ਕਰਨਾ ਹੈਗਾ ਨਾ ਜੀ। ਜੇ ਖੇਤੀਬਾੜੀ ਉਹ ਕਰਨਗੇ ਤਾਂ ਹੀ ਮਾਰਕੀਟ ਦੇ ਵਿੱਚ ਸਾਰਾ ਪੈਸਾ ਪੂਸਾ ਆਏਗਾ। ਸਾਰਾ ਕੁਝ ਉਹਨਾਂ ਦੇ ਸਿਰ ਦੇ ਉੱਤੇ ਹੀ ਹੈ ਜੀ, ਹੋਰ ਕਿਹਨਾਂ ਦੇ ਸਿਰ ਦੇ ਉੱਤੇ ਹੈਗਾ ਜੀ। ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ ਕਿ ਕਹਿੰਦੇ ਆ ਕਿ ਕਿਸਾਨ ਮੋਦੀ ਸਰਕਾਰ ਕਹਿੰਦੀ ਵੀ ਅਸੀਂ ਇਹਨਾਂ ਨੂੰ ਅਮੀਰ ਕਰਨਾ ਚਾਹੁੰਦੇ ਆ, ਡਬਲ ਅਮੀਰ ਕਰਨਾ ਚਾਹੁੰਦੇ ਆ। ਤੁਹਾਨੂੰ ਲੱਗਦਾ ਕਿ ਉਹ ਵਾਕਿਆ ਅਮੀਰ ਹੋ ਜਾਣਗੇ ਤੇ ਫਿਰ ਤੁਹਾਡੀ ਖਰੀਦੋ ਫਰੋਖਤ ਥੋੜੀ ਹੋਰ ਵੱਧ ਜੂਗੀ? ਜੇ ਦੇਖੋ ਅਮੀਰ ਹੋ ਜਾਣਾ ਸੀ ਤਾਂ ਕਹਿੰਦੇ ਵਧੀਆ ਗੱਲ ਹੈ ਕਿ ਜੀ ਉਹਨਾਂ ਨਾਲ ਹੀ ਸਾਨੂੰ ਸਾਰਾ ਕੁਝ ਹੈਗਾ ਜੀ। ਫਿਰ ਕਿਸਾਨ ਅਮੀਰ ਹੋਣਾ ਕਿਉਂ ਨਹੀਂ ਚਾਹ ਰਹੇ? ਅਮੀਰ ਹੋਣਾ ਕਿ ਜਰਾ ਜੇ ਗਲਤ ਗੱਲ ਹੋਏਗੀ ਤਾਂ ਹੀ ਨਹੀਂ ਹੋਣਾ ਯਾਰ। ਮੋਦੀ ਗਲਤ ਕਰ ਰਿਹਾ ਹੈਗਾ ਨਾ ਜੀ, ਤਾਂ ਹੀ ਤਾਂ ਅਗਲੇ ਬੈਠੇ ਇੰਨੇ ਚਿਰ ਤੋਂ ਕਿਉਂ ਬੈਠੇ ਹੈਗੇ ਜੀ? ਦੱਸੋ ਜੀ, ਕੋਈ ਬੇਵਕੂਫ ਥੋੜੀ ਹੈ। ਜੇ ਅਮੀਰ ਹੋਣਾ ਚਾਹੁੰਦੇ ਤਾਂ ਫਿਰ ਹੋ ਹੀ ਜਾਣ ਜੀ। ਉੱਥੇ ਕਾਹਨੂੰ ਉਹਨਾਂ ਨੇ ਬੈਠੇ ਹੈਗਾ ਜੀ? ਕਿੰਨਾ ਉਹਨਾਂ ਨੇ ਪ੍ਰੋਬਲਮਾਂ ਸਹੀਆਂ, ਕਿੰਨੀਆਂ ਉਹਨਾਂ ਨੇ ਮੁਸ਼ਕਿਲਾਂ ਸਹੀਆਂ ਹੈਗੀਆਂ। ਬੈਠ ਜਾਓ ਜੀ, ਬਹੁਤ ਉਹਨਾਂ ਨੇ ਮੁਸ਼ਕਿਲਾਂ ਸਹੀਆਂ ਹੈਗੀਆਂ ਜੀ। ਅਸੀਂ ਤਾਂ ਉਹਨਾਂ ਦੇ ਨਾਲ ਹੈ। ਸਾਰੇ ਦੁਕਾਨਦਾਰ ਕੀ ਸਾਰਾ ਹਿੰਦੁਸਤਾਨ ਉਹਨਾਂ ਦੇ ਨਾਲ ਹੈ। ਬਾਹਰੋਂ ਲੋਕੀ ਫੋਰਨ ਦੇ ਬੰਦੇ ਵੀ ਸਾਰੇ ਉਹਨਾਂ ਦੇ ਨਾਲ ਹੈ। ਅਸੀਂ ਤਾਂ ਉਹਨਾਂ ਦੇ ਪਿੱਛੇ, ਜੇ ਸਾਨੂੰ ਦੁਕਾਨਾਂ ਵੀ ਬੰਦ ਕਰਨੀਆਂ ਪੈਣਗੀਆਂ ਤਾਂ ਉਹ ਵੀ ਉਹਨਾਂ ਦੇ ਨਾਲ ਤੁਰ ਪਾਵਾਂਗੇ ਜੀ। ਉਹਨਾਂ ਦੇ ਨਾਲ ਹੈ ਅਸੀਂ, ਕਿਸਾਨਾਂ ਦੇ ਤਾਂ ਉਹਨਾਂ ਦੇ ਨਾਲ ਹੈ। ਸਾਡਾ ਪਰਿਵਾਰ ਵੀ ਉਹਨਾਂ ਦੇ ਨਾਲ ਹੀ ਖੜਾ ਹੈਗਾ। ਇਸ ਦੁਕਾਨ ਦੇ ਵਿੱਚ ਕੁਝ ਗਾਹਕ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ। ਨਮਸਤੇ ਆਂਟੀ, ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ? ਪੂਰਾ 1 ਸਾਲ ਹੋ ਗਿਆ, ਲੋਕ ਬੁਰੇ ਤਰੀਕੇ ਨਾਲ ਆਰਥਿਕ ਤੌਰ ਤੇ ਟੁੱਟੇ ਹੋਏ ਆ ਤੇ ਇਹਨਾਂ ਮਾਰਕੀਟਾਂ ਦੇ ਵਿੱਚ ਜਦੋਂ ਬਹੁਤ ਰਸ਼ ਹੁੰਦਾ, ਐਨਆਰਆਈਜ਼ ਆਉਂਦੇ ਆ ਜਾਂ ਆਮ ਲੋਕ ਵੀ, ਕੀ ਫਰਕ ਮਹਿਸੂਸ ਹੁੰਦਾ ਤੇ ਕਿਸ ਤਰੀਕੇ ਨਾਲ, ਮਜਬੂਰੀ ਨਾਲ ਜਾਂ ਹੁਣ ਖੁਸ਼ੀ ਨਾਲ ਖਰੀਦੋ ਫਰੋਖਤ ਹੋ ਰਹੀ ਹੈ? ਇਹ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਪਹਿਲੇ ਵੀ ਇੰਡੀਆ ਆਉਂਦੇ ਹਾਂ ਤੇ ਇਸ ਤਰ੍ਹਾਂ ਦਾ ਮਾਹੌਲ ਸਾਨੂੰ ਕਦੀ ਨਹੀਂ ਮਿਲਿਆ। ਮਤਲਬ ਕਿ ਜਦੋਂ ਆਉਂਦੇ ਹਾਂ ਸਾਨੂੰ ਹੁੰਦਾ, ਉਤਸ਼ਾਹਿਤ ਹੁੰਦੇ ਹਾਂ ਅਸੀਂ ਕਿ ਅਸੀਂ ਆਪਣੇ ਦੇਸ਼ 'ਚ ਜਾ ਰਹੇ ਹਾਂ ਔਰ ਖੁਸ਼ੀ ਦਾ ਮਾਹੌਲ ਹੋਏਗਾ। ਇਸ ਟਾਈਮ ਇਹ ਪੰਜਾਬ ਵਿੱਚ ਸਪੈਸ਼ਲੀ ਇੰਨਾ ਸਨਾਟਾ ਹੈ ਕਿ ਮੈਂ ਕਦੀ ਵੀ ਆਪਣੀ ਲਾਈਫ 'ਚ ਇੱਦਾਂ ਦਾ ਟਾਈਮ ਪਹਿਲੇ ਨਹੀਂ ਦੇਖਿਆ। ਅਤੇ ਹੁਣ ਮੈਂ ਆਪਣੇ ਬੱਚਿਆਂ ਦਾ ਵਿਆਹ ਵਾਸਤੇ ਸਮਾਨ ਲੈਣ ਆਈ ਹਾਂ, ਪਰ ਇੰਨੇ ਕੁ ਮਜਬੂਰ ਹੋ ਗਿਆ। ਕਦੀ ਇਸ ਸ਼ਹਿਰ ਜਾਣਾ ਪੈਂਦਾ, ਕਦੀ ਉਸ ਸ਼ਹਿਰ। ਲਾਕਡਾਊਨ ਲੱਗ ਰਿਹਾ ਜਿਹਦੀ ਕੋਈ ਜ਼ਰੂਰਤ ਵੀ ਨਹੀਂ ਹੈਗੀ। ਇਹ ਸਾਡੇ ਉੱਤੇ ਬਹੁਤ ਵੱਡਾ ਅਤਿਆਚਾਰ ਹੋ ਰਿਹਾ ਅਤੇ ਸਭ ਨੂੰ ਮਿਲ ਕੇ ਇਸ ਚੀਜ਼ ਦਾ ਸਾਹਮਣਾ ਕਰਨਾ ਚਾਹੀਦਾ। ਔਰ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਾਂਗੀ ਕਿ ਸਾਡੀ ਫਤਿਹ ਜ਼ਰੂਰ ਹੋਏਗੀ ਔਰ ਅਸੀਂ ਜ਼ਰੂਰ ਇਹ ਜੰਗ ਜਿੱਤਾਂਗੇ। ਔਰ ਸਾਡੇ ਸਭ ਦਾ ਸਾਥ ਕਿਸਾਨਾਂ ਦੇ ਨਾਲ ਹੈ, ਬਿਕੋਜ਼ ਅਸੀਂ ਜੀ ਰਹੇ ਹਾਂ ਤੇ ਉਹ ਕਿਸਾਨਾਂ ਦੇ ਨਾਲ ਹੀ ਜੀ ਰਹੇ ਹਾਂ। ਤੁਸੀਂ ਕਿਹੜੀ ਕੰਟਰੀ ਤੋਂ ਆਏ ਹੋ ਮੈਮ? ਮੈਂ USA ਤੋਂ ਆਈ ਹਾਂ, ਵਰਜੀਨੀਆ ਤੋਂ। ਤੁਹਾਨੂੰ ਕਿਉਂ ਲੱਗਦਾ ਹੈ ਕਿ ਜਿਹੜਾ ਇੱਥੇ ਲਾਕਡਾਊਨ ਲੱਗ ਰਿਹਾ ਉਹ ਜਾਇਜ਼ ਨਹੀਂ ਲੱਗ ਰਿਹਾ? ਕੀ ਤੁਹਾਨੂੰ ਲੱਗਦਾ ਵੀ ਕਰੋਨਾ ਦਾ ਵਜੂਦ ਇੱਥੇ ਹੈ ਨਹੀਂ ਇੰਡੀਆ ਦੇ ਵਿੱਚ? ਵਜੂਦ ਜ਼ਰੂਰ ਹੈਗਾ ਵੇ। ਅਸੀਂ ਆਪਣੀ ਪ੍ਰੀਕਾਸ਼ਨ ਅਗਰ ਆਪ ਲੈਂਦੇ ਹਾਂ ਤੇ ਹੋ ਸਕਦਾ ਅਸੀਂ ਹੈਲਪ ਕਰ ਸਕਦੇ ਹਾਂ ਕਰੋਨਾ ਨੂੰ ਘਟਾਉਣ ਦੀ। ਜੇ ਤੁਸੀਂ ਕਿਧਰੇ ਬਾਹਰ ਜਾਂਦੇ ਹੋ, ਕਈ ਲੋਕ ਮਾਸਕ ਨਹੀਂ ਲਗਾਉਂਦੇ ਔਰ ਮਾਸਕ ਲਗਾਉਣਾ ਬਹੁਤ ਜ਼ਰੂਰੀ ਹੈਗਾ ਵੇ। ਜੇ ਅਸੀਂ ਆਪਣੀ ਟੇਕ ਕੇਅਰ ਆਪੇ ਹੀ ਕਰਾਂਗੇ ਤੇ ਆਈ ਥਿੰਕ ਬਾਕੀਆਂ ਦੀ ਵੀ ਹੈਲਪ ਹੋਏਗੀ। ਇਹ ਮੇਰਾ ਮੰਨਣਾ ਹੈਗਾ ਵੇ। ਕਿਸਾਨਾਂ ਦੀ ਆਰਥਿਕਤਾ ਦੇ ਉੱਤੇ ਦੋਹਰੀ ਸੱਟ ਵੱਜ ਗਈ ਕਿਉਂਕਿ ਹਾੜੀ ਸੌਣੀ ਔਰ ਜਿਸ ਤਰੀਕੇ ਨਾਲ ਹੁਣ ਸਰਕਾਰ ਨੇ ਕਿਹਾ ਸੀ ਵੀ ਤੁਹਾਡੀਆਂ ਫਸਲਾਂ ਜਿਹੜੀਆਂ ਅਸੀਂ ਚੱਕਾਂਗੇ। ਮੀਂਹ ਪਿਆ ਹੈਗਾ, ਤੁਸੀਂ ਦੇਖ ਹੀ ਸਕਦੇ ਹੋ, ਗੜੇਮਾਰੀ ਲਗਾਤਾਰ ਹੋ ਰਹੀ ਆ, ਰੁਲ ਰਹੀਆਂ ਔਰ ਸ਼ੈੱਡ ਸ਼ੁੱਡ ਜਿਹੜੇ ਆ ਬਹੁਤ ਜਿਹੜੇ ਸਾਲਾਂ ਤੋਂ ਹੀ ਲਗਾਤਾਰ ਹਰ ਸਾਲ ਉਹੀ ਪ੍ਰੋਬਲਮ ਆਉਂਦੀ ਆ। ਕੀ ਲੱਗਦਾ ਕਿ ਇਹ ਜਿਹੜੀਆਂ ਮਾਰਕੀਟਾਂ, ਜਿਹੜੀਆਂ ਦੁਕਾਨਦਾਰ ਖੁਦ ਕਹਿ ਰਹੇ ਕਿ ਕਿਸਾਨਾਂ ਦੇ ਨਾਲ ਖੜੇ ਹੋਏ, ਲੱਗਦਾ ਵੀ ਇਸ ਚੀਜ਼ ਦੇ ਉੱਤੇ ਵੀ ਅਸਰ ਪੈਂਦਾ? ਔਰ ਫੋਰਨ ਦੇ ਵਿੱਚ ਸਾਡੇ ਇੰਡੀਆ ਨਾਲੋਂ ਕਿਉਂ ਤੇ ਕੀ ਵੱਖ ਹੈਗਾ ਇਸ ਮਾਮਲੇ ਦੇ ਸੰਦਰਭ 'ਚ?
ਫੋਰਨ 'ਚ ਇਹ ਫਰਕ ਹੈਗਾ ਹੈ ਕਿ ਜਿਹੜੀ ਗਵਰਨਮੈਂਟ ਹੈ ਆਪਣੇ ਦੇ ਵਰਕ ਫॉर ਪੀਪਲ, ਉਹ ਆਪਣੇ ਜਿਹੜੀ ਆਮ ਜਨਤਾ ਹੈ ਉਹਨਾਂ ਦਾ ਧਿਆਨ ਰੱਖਦੇ ਨੇ। ਜਿਵੇਂ ਹੁਣ ਕਰੋਨਾ ਵਿੱਚ ਅਮਰੀਕਾ ਵਿੱਚ ਆਮ ਸੰਗਤ ਨੂੰ ਵੀ ਉਹੀਓ ਅਧਿਕਾਰ ਮਿਲੇ ਆ ਜਿਹੜੇ ਕਿ ਇੱਕ ਮੋਦੀ ਵਰਗੇ ਵੱਡੇ ਲੋਕਾਂ ਨੂੰ ਮਿਲਦੇ ਹੋਣਗੇ। ਉਹਨਾਂ ਰਾਈਟਸ ਇਕੁਅਲ ਹੈਗੇ ਨੇ, ਕੋਈ ਇਹ ਨਹੀਂ ਦੇਖਦਾ ਹੈ ਵੱਡਾ ਬੰਦਾ ਹੈ ਤੇ ਇਹਨੂੰ ਜ਼ਿਆਦਾ ਰਾਈਟਸ ਮਿਲਣ, ਤੇ ਹਰ ਕਿਸੇ ਨੂੰ ਇੱਕੋ ਵਰਗਾ ਦੇਖਿਆ ਜਾਂਦਾ, ਜੋ ਕਿ ਆਪਣੇ ਦੇਸ਼ 'ਚ ਬਹੁਤ ਘੱਟ ਹੈਗਾ ਵੇ। ਇਹ ਜਿਹੜੀ ਸਿੱਖ, ਹਿੰਦੂ, ਈਸਾਈ, ਇਹ ਸਭ ਕੁਝ ਖਤਮ ਹੋਣਾ ਚਾਹੀਦਾ। ਅਸੀਂ ਇੱਕ ਹੈਗੇ ਹਾਂ ਤੇ ਸਾਨੂੰ ਉੱਦਾਂ ਇੱਕ ਹੋ ਕੇ ਨਾਲ ਚੱਲਣਾ ਚਾਹੀਦਾ ਹੈ। ਕਿਉਂਕਿ ਹਮੇਸ਼ਾ ਕਿਉਂ ਸਿੱਖਾਂ ਨੂੰ ਇਹ ਸਟਰਗਲ ਕਰਨੀ ਪੈਂਦੀ ਹੈ? ਜਿੱਥੇ ਵੀ ਸਟਰਗਲ ਹੁੰਦੀ ਹੈ ਉੱਥੇ ਸਿੱਖ ਅੱਗੇ ਹੁੰਦਾ ਵੇ, ਤੇ ਜਿੱਥੇ ਕੋਈ ਓਪਰਚੁਨਿਟੀ ਹੁੰਦੀ ਹੈ ਉੱਥੇ ਹੋਰ ਲੋਕ ਅੱਗੇ ਹੋ ਜਾਂਦੇ ਨੇ। ਸਾਨੂੰ ਕਿਉਂ ਨਹੀਂ ਉਹ ਰਾਈਟ ਮਿਲਦੇ ਹੈਗੇ? ਮੈਮ ਯੂਐਸਓ ਦੇ ਵਿੱਚ ਵੀ ਜਿਹੜੀਆਂ ਰਾਜਨੀਤਿਕ ਜਿਹੜੇ ਲੀਡਰ ਹੈਗੇ ਉਹਨਾਂ ਨੂੰ ਰੈਲੀਆਂ ਕਰਨੀਆਂ ਅਲਾਓ ਆ? ਹਾਂਜੀ, ਬਿਲਕੁਲ ਅਲਾਓ ਹੈਗੀਆਂ ਉਹਦੇ ਕਰੋਨਾ ਦੇ ਦੌਰ ਦੇ ਵਿੱਚ। ਹਾਂਜੀ, ਪਰ ਉਹਨਾਂ ਨੇ ਇਹ ਬਣਾਇਆ ਹੋਇਆ ਕਿ ਸੋਸ਼ਲ ਡਿਸਟੈਂਸਿੰਗ ਦੇ ਨਾਲ ਤੁਸੀਂ ਰੈਲੀ ਕਰ ਸਕਦੇ ਹੋ। ਉਹਦੇ 'ਚ ਰੈਲੀ ਕਰਨਾ ਇੱਕ ਤੁਹਾਡਾ ਆਪਣਾ ਅਧਿਕਾਰ ਹੈਗਾ, ਉਹਨੂੰ ਕੋਈ ਵੀ ਰੋਕ ਨਹੀਂ ਸਕਦਾ ਹੈਗਾ। ਕੀ ਫੋਰਨ ਦੇ ਵਿੱਚ ਵੀ ਇਹ ਹੁੰਦਾ ਵੀ ਤੁਸੀਂ ਰੈਲੀਆਂ ਕਰ ਸਕਦੇ ਆ, ਪਰ ਸਕੂਲ ਜਿਹੜੇ ਉਹ ਬੰਦ ਕਰ ਦਿੱਤੇ ਜਾਂਦੇ ਆ? ਹਾਂਜੀ, ਸਕੂਲ ਬੰਦ ਹੈਗੇ ਨੇ, ਬਟ ਬੰਦ ਕਿੱਦਾਂ ਹੈਗੇ ਆ ਕਿ ਉਹ ਪੇਰੈਂਟਸ ਦੀ ਮਰਜ਼ੀ ਹੈ। ਅਗਰ ਤੁਸੀਂ ਆਪਣੇ ਬੱਚੇ ਨੂੰ ਸਕੂਲ ਭੇਜਣਾ ਚਾਹੁੰਦੇ ਹੋ ਜ਼ਰੂਰ ਭੇਜ ਸਕਦੇ ਹੋ, ਬਟ ਉਹਨਾਂ ਨੇ ਕੀ ਕੀਤਾ ਹੈ ਕਿ ਮੰਡੇ ਇਹ ਵਾਲੇ ਬੱਚੇ ਆਉਣਗੇ, ਟਿਊਜ਼ਡੇ ਮਤਲਬ ਕਿ ਉਹਨਾਂ ਨੇ ਸੈਕਸ਼ਨ ਬਣਾਏ ਹੋਏ ਨੇ। ਉਹਨਾਂ ਨੇ ਆਪਣੇ ਆਪ ਨੂੰ ਇੰਨਾ ਸਿਕਿਉਰ ਕੀਤਾ ਹੋਇਆ ਕਿ ਬਈ ਇੱਕਦਮ ਹੁਣ ਜਿਵੇਂ ਇੱਥੇ ਨੇ ਅਗਰ ਲਾਕਡਾਊਨ ਨਹੀਂ ਹੈ ਤੇ ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ। ਅਸੀਂ ਕਿਉਂ ਨਹੀਂ ਇੱਦਾਂ ਕਰਦੇ ਕਿ ਅੱਜ ਅੱਧੀ ਮਾਰਕੀਟ, ਇੱਕ ਲਾਈਨ ਦੀ ਮਾਰਕੀਟ ਖੁੱਲ ਰਹੀ ਹੈ, ਕੱਲ ਦੂਸਰੀ ਲਾਈਨ ਦੀ ਮਾਰਕੀਟ ਖੋਲੋ, ਤੇ ਅਸੀਂ ਆਪਣੇ ਦੇਸ਼ ਵਾਸੀਆਂ ਨੂੰ ਵੀ ਬਚਾ ਸਕਦੇ ਹਾਂ ਔਰ ਕਰੋਨਾ ਤੇ ਮਿਲ ਜੁਲ ਕੇ ਲੜ ਸਕਦੇ ਹਾਂ ਆਪਾਂ। ਇਦਾਂ ਦਾ ਸਿਸਟਮ ਕਿਉਂ ਨਹੀਂ ਹੁੰਦਾ? ਅਗਰ ਲਾਕਡਾਊਨ ਹੋ ਰਿਹਾ, ਇੱਕਦਮ ਲਾਕਡਾਊਨ ਹੋ ਗਿਆ, ਕਈ ਲੋਕਾਂ ਨੂੰ ਪਤਾ ਵੀ ਨਹੀਂ ਹੈ ਵਿਚਾਰਿਆਂ ਨੂੰ, ਜਿਹੜੀ ਆਮ ਜਨਤਾ ਹੈ ਉਹਨਾਂ ਕੋਲ ਐਵਰੀ ਡੇ ਦੇ ਲਿਵ ਔਨ ਐਵਰੀਡੇ ਵੇਜਿਸ, ਤੇ ਉਹ ਕਿਸ ਤਰ੍ਹਾਂ ਸਾਹਮਣਾ ਕਰਨਗੇ, ਕਿੱਦਾਂ ਖਾਣਗੇ? ਉਹ ਤੇ ਉਂਝ ਹੀ ਕਰੋਨਾ ਨਾਲ ਮਰਨਾ ਜਾਂ ਭੁੱਖੇ ਮਰ ਜਾਣਗੇ। ਸੋ ਬਿਲਕੁਲ ਜਿਹੜੇ ਆਪਸ਼ਨ ਬਹੁਤ ਸਾਰੇ ਹੁੰਦੇ ਆ, ਜੇ ਸਰਕਾਰਾਂ ਕਰਨੀਆਂ ਚਾਹਣ ਤੇ ਹਰ ਇੱਕ ਚੀਜ਼ ਦਾ ਹੱਲ ਵੀ ਹੈਗਾ ਬਿਨਾਂ ਜਿਹੜੀ ਜਨਤਾ ਨੂੰ ਦੁੱਖ ਤਕਲੀਫ ਪਹੁੰਚਾਏ। ਆਰਥਿਕਤਾ ਦੇ ਝੰਬੇ ਹੋਏ ਸਾਰੇ ਹੀ ਆ, ਚਾਹੇ ਉਹ ਦੁਕਾਨਦਾਰ ਹੋਣ ਚਾਹੇ ਆਮ ਲੋਕ ਹੋਣ। ਔਰ ਜੇ ਕਿਸਾਨਾਂ ਦੇ ਨਾਲ ਇਸ ਚੀਜ਼ ਨੂੰ ਜੋੜੀਏ ਤੇ ਹਾੜੀ ਸੌਣੀ ਦੇ ਘੱਟੋ ਘੱਟ ਗਾਹਕ ਜਿਹੜੇ ਆਉਂਦੇ ਜਦੋਂ ਕਿਸਾਨ ਆਪਣੇ ਧੀਆਂ ਪੁੱਤਾਂ ਦੇ ਵਿਆਹ ਕਰਦੇ ਆ, ਫਸਲ ਜਦੋਂ ਘਰੇ ਆ ਜਾਂਦੀ ਹੈ ਤੇ ਕਮਾਈ ਦਾ ਇੱਕ ਸਾਧਨ ਜੁੜਦਾ, ਉਸ ਚੀਜ਼ ਦੇ ਵੀ ਜਿਹੜਾ ਕਹਿ ਸਕਦੇ ਮੰਦੀ ਦਾ ਅਸਰ ਪੈ ਰਿਹਾ। ਸੋ ਕਰੋਨਾ ਹੋਰ ਕੀ ਰੰਗ ਦਿਖਾਊਗਾ ਔਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਕਿਸ ਹੱਦ ਤੱਕ ਨਾਕਾਮਯਾਬ ਨੇ, ਇਹ ਸਭ ਕੁਝ ਤੁਸੀਂ ਦੇਖ ਹੀ ਪਾ ਰਹੇ ਹੋ। ਸੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਲਈ ਜੁੜੇ ਰਹੋ ਔਨ ਏਅਰ ਦੇ ਨਾਲ। ਫਿਲਹਾਲ ਦਿਓ ਇਜਾਜ਼ਤ, ਸ਼ੁਕਰੀਆ।